हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਜੋ ਅਸੀਂ ਅੱਜ ਟੌਪਿਕ ਕਰਨ ਜਾ ਰਹੇ ਹਾਂ, ਇਹ ਟੌਪਿਕ ਹੈ ਜੀ ਇਮੋਸ਼ਨ ਐਂਡ ਸਮਝਾਂਗੇ ਇਮੋਸ਼ਨਲ ਇੰਟੈਲੀਜੈਂਸੀ ਬਾਰੇ। ਇਹ ਟੌਪਿਕ ਕਿੰਨਾ ਕੁ ਇੰਪੋਰਟੈਂਟ ਹੈ ਇਸ ਬਾਰੇ ਤੁਹਾਨੂੰ 2 ਮਿੰਟ ਦੇ ਵਿੱਚ ਹੀ ਪਤਾ ਲੱਗ ਜੂਗਾ। ਇਸ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ। ਹਾਂਜੀ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਮਝਾਂਗੇ ਇਮੋਸ਼ਨ ਕੀ ਹੈ, ਇਮੋਸ਼ਨ ਦੀਆਂ ਵਿਸ਼ੇਸ਼ਤਾਵਾਂ ਸਮਝਾਂਗੇ, ਇਸ ਦੇ ਅਰਥ ਨੂੰ ਸਮਝਾਂਗੇ। ਇਸ ਤੋਂ ਬਾਅਦ ਇਮੋਸ਼ਨਲ ਇੰਟੈਲੀਜੈਂਸੀ ਅਤੇ ਉਸ ਦੇ ਨਾਲ ਰਿਲੇਟਡ ਜੋ ਥਿਊਰੀਜ਼ ਨੇ, ਜਿਨ੍ਹਾਂ ਦੇ ਨਾਮ ਇੰਪੋਰਟੈਂਟ ਨੇ, ਜਿਨ੍ਹਾਂ ਦੇ ਵਿੱਚੋਂ ਸਵਾਲ ਬਣੇ ਨੇ, ਉਹ ਅੱਜ ਡਿਸਕਸ ਕਰਾਂਗੇ। ਤਾਂ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਇਸ ਸ਼ਬਦ ਦੀ ਉਤਪੱਤੀ ਨੂੰ ਸਮਝਦੇ ਹਾਂ। ਜੋ ਸ਼ਬਦ ਹੈ ਜੀ ਇਮੋਸ਼ਨ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਭਾਵਨਾ ਜਾਂ ਕਹਿ ਲਓ ਸੰਵੇਗ ਕਹਿ ਸਕਦੇ ਹਾਂ, ਜਾਂ ਫਿਰ ਭਾਵਨਾਤਮਕ ਸੰਵੇਗੀ ਬੁੱਧੀ, ਯਾਨੀ ਕਿ ਇਮੋਸ਼ਨਲ ਇੰਟੈਲੀਜੈਂਸੀ। ਤਾਂ ਜੋ ਇਮੋਸ਼ਨ ਸ਼ਬਦ ਹੈ, ਵੈਸੇ ਇਮੋਸ਼ਨ ਦਾ ਮਤਲਬ ਕੀ ਹੈ ਕਿ ਆਪਾਂ ਭਾਵੁਕ ਹੋ ਜਾਂਦੇ ਹਾਂ, ਆਪਾਂ ਕਹਿ ਦਿੰਦੇ ਇਮੋਸ਼ਨਲ ਹੋ ਗਿਆ ਫਲਾਣਾ। ਤਾਂ ਭਾਵੁਕ ਹੋਣਾ ਕੀ ਹੈ, ਇਮੋਸ਼ਨਲ ਹੈ, ਮਤਲਬ ਕਿ ਆਪਣੇ ਵਹਾਅ ਦੇ ਵਿੱਚ ਬਹਿ ਜਾਣਾ। ਕਿਸੇ ਨੂੰ ਕੋਈ ਦੁੱਖ ਸੀ ਹੈ ਨਾ, ਵੀ ਉਹ ਦੁੱਖ 'ਚ ਬਹਿ ਗਿਆ, ਕਿਸੇ ਨੂੰ ਖੁਸ਼ੀ ਸੀ ਉਹ ਖੁਸ਼ੀ 'ਚ ਬਹਿ ਗਿਆ। ਇਹ ਕੀ ਹੈ, ਇਮੋਸ਼ਨ ਨੇ ਆਪਣੀ। ਤਾਂ ਇਮੋਸ਼ਨ ਸ਼ਬਦ ਦੀ ਉਤਪੱਤੀ ਲਾਤੀਨੀ ਸ਼ਬਦ, ਯਾਨੀ ਕਿ ਲੈਟਿਨ ਭਾਸ਼ਾ ਦੇ ਸ਼ਬਦ ਇਮੂਵੀਅਰ ਤੋਂ ਹੋਈ। ਤਾਂ ਜੋ ਇਮੂਵੀਅਰ ਸ਼ਬਦ ਹੈ, ਇਹ ਇਸ ਦਾ ਮੀਨਿੰਗ ਕੀ ਹੁੰਦਾ ਹੈ, ਟੂ ਸਟਾਇਰ ਅਪ ਐਂਡ ਸਟਾਇਰਡ ਅਪ। ਇਹਨਾਂ ਦੋਨਾਂ ਮੀਨਿੰਗਸ ਨੂੰ ਆਪਾਂ ਲੈ ਸਕਦੇ ਹਾਂ। ਠੀਕ ਹੈ, ਇਹਦਾ ਮਤਲਬ ਹੁੰਦਾ ਹੈ ਕਿ ਉਤੇਜਨਾ, ਆਪਣੇ ਵਿੱਚ ਕੋਈ ਹਲਚਲ ਹੋਈ ਹੈ ਨਾ, ਹਿਲਜੁਲ ਕਹਿ ਲਓ, ਮੂਵਮੈਂਟ ਕੋਈ ਹੋਈ। ਠੀਕ ਹੈ, ਉਤੇਜਨਾ, ਤਾਂ ਇਹ ਇਸ ਦਾ ਮੀਨਿੰਗ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਇਮੂਵੀਅਰ ਸ਼ਬਦ ਲੈਟਿਨ ਭਾਸ਼ਾ ਦਾ, ਜਿਸ ਦਾ ਅਰਥ ਹੈ ਟੂ ਸਟਾਇਰ ਅਪ ਜਾਂ ਸਟਾਇਰਡ ਅਪ। ਠੀਕ ਹੈ ਜੀ, ਇਹ ਮੀਨਿੰਗ ਨੇ, ਯਾਦ ਰੱਖਿਓ। ਇੰਪੋਰਟੈਂਸ ਵੀ ਇਹਦੀ ਦੱਸਾਂਗੇ ਕੀ ਹੈ। ਅਤੇ ਇਸ ਤੋਂ ਬਾਅਦ ਨੈਕਸਟ ਪੁਆਇੰਟ ਕੀ ਹੈ ਜੀ, ਜੋ ਇਮੋਸ਼ਨ ਨੇ, ਬਹੁਤੇ ਸਾਈਕੋਲੋਜਿਸਟ ਨੇ ਜਿਹੜੇ ਉਹ ਮੰਨਦੇ ਨੇ ਵੀ ਇਮੋਸ਼ਨ ਜਨਮ ਤੋਂ ਹੀ ਆਪਣੇ ਨਾਲ ਮਤਲਬ ਪੈਦਾ ਹੁੰਦੇ ਨੇ। ਜਦੋਂ ਬੱਚੇ ਨੇ ਜਨਮ ਲਿਆ ਤਾਂ ਉਸ ਦੇ ਨਾਲ ਹੀ ਉਸ ਦੇ ਇਮੋਸ਼ਨ ਆਏ। ਪਰ ਕੁਝ ਮੰਨਦੇ ਨੇ, ਕਹਿੰਦੇ ਬਾਅਦ ਵਿੱਚ ਜਦੋਂ ਬੱਚਾ ਵੱਡਾ ਹੋਇਆ, ਬਾਅਦ ਵਿੱਚ ਉਸਨੇ ਇਮੋਸ਼ਨ ਨੇ ਜਿਹੜੇ ਉਹ ਉਰਾਂ ਪਰਾਂ ਤੋਂ ਗ੍ਰਹਿਣ ਕੀਤੇ ਨੇ। ਪਰ ਵਾਟਸਨ ਹੈ ਜਿਹੜਾ, ਉਹ ਮੰਨਦਾ ਵੀ ਜਨਮ ਤੋਂ ਇਮੋਸ਼ਨ ਆਏ ਨੇ। ਤਾਂ ਵਾਟਸਨ ਦੇ ਉੱਤੇ ਸਵਾਲ ਬਣਦਾ। ਵਾਟਸਨ ਦੇ ਅਨੁਸਾਰ ਬੱਚੇ ਵਿੱਚ ਜਨਮ ਤੋਂ ਹੀ 3 ਸੰਵੇਗ ਨੇ, ਯਾਨੀ ਕਿ 3 ਭਾਵਨਾਵਾਂ ਨੇ, 3 ਇਮੋਸ਼ਨ ਨੇ। ਕਿਹੜੇ ਕਿਹੜੇ ਨੇ? ਇੱਕ ਤਾਂ ਇਹ ਇੰਪੋਰਟੈਂਟ ਗੱਲ ਹੈ, ਵਾਟਸਨ ਜਨਮ ਤੋਂ ਮੰਨਦਾ, ਅਤੇ ਕਿਹੜੇ ਕਿਹੜੇ ਮੰਨਦਾ ਇਹ ਵੀ ਇੰਪੋਰਟੈਂਟ ਹੈ। ਦੇਖੋ ਜੀ, ਪਹਿਲਾ ਇਮੋਸ਼ਨ ਇਹ ਮੰਨਦਾ ਡਰ, ਯਾਨੀ ਕਿ ਫੀਅਰ। ਸੈਕਿੰਡ ਇਮੋਸ਼ਨ ਮੰਨਦਾ ਗੁੱਸਾ, ਯਾਨੀ ਕਿ ਐਂਗਰ। ਅਤੇ ਥਰਡ ਇਮੋਸ਼ਨ ਮੰਨਦੇ ਜੀ ਲਵ ਜਾਂ ਪਿਆਰ। ਤੁਸੀਂ ਸੋਚੋ ਵੀ ਇਹ ਟੌਪਿਕ ਦੇ ਵਿੱਚ ਆਪਾਂ ਨੇ ਸਿਰਫ ਹਾਲੇ ਤੱਕ 2 ਪੁਆਇੰਟ ਡਿਸਕਸ ਕੀਤੇ ਨੇ ਜੀ, ਫਸਟ ਪੁਆਇੰਟ, ਸੈਕਿੰਡ ਪੁਆਇੰਟ। ਹੁਣ ਇਹਦੀ ਇੰਪੋਰਟੈਂਸ ਦੇਖੋ। ਲਓ, 21 ਵਾਲਾ PS ਟੈਟ ਸੀ ਜਿਹੜਾ, ਉਸ ਦੇ ਵਿੱਚ ਸਵਾਲ ਬਣਿਆ ਪਿਆ ਹੈ। ਇਹ ਸਵਾਲ ਮੈਂ ਕੋਈ ਆਪਦੇ ਕੋਲੋਂ ਨਹੀਂ ਬਣਾਇਆ, PS ਟੈਟ ਵਾਲਿਆਂ ਨੇ ਬਣਾਇਆ। ਤੁਸੀਂ ਹੁਣ ਸੋਚੋ ਵੀ ਇੰਨਾ ਇੰਪੋਰਟੈਂਟ ਟੌਪਿਕ ਇਹ। ਇਮੋਸ਼ਨ ਸ਼ਬਦ ਡੈਸ਼ ਭਾਸ਼ਾ ਦੇ ਸ਼ਬਦ ਇਮੂਵੀਅਰ ਤੋਂ ਲਿਆ ਗਿਆ ਹੈ। ਹੁਣ ਤੁਸੀਂ ਇਸ ਸਵਾਲ ਦਾ ਆਨਸਰ ਦੇਣ ਲੱਗਿਆ ਨਾ, ਆਪਸ਼ਨਾਂ ਵੀ ਨਹੀਂ ਪੜ੍ਹੋਗੇ। ਪਹਿਲੀ ਆਪਸ਼ਨ ਪੜ੍ਹੀ ਲਾਤੀਨੀ ਭਾਸ਼ਾ, ਚੱਕ ਜੀ ਲਾਤੀਨੀ ਸਿਲੈਕਟ ਕਰ ਲਿਆ। ਤਾਂ ਇਸ ਤਰੀਕੇ ਨਾਲ ਤੁਸੀਂ ਇਸ ਦਾ ਉੱਤਰ ਲਗਾਓਗੇ। ਠੀਕ ਹੈ ਜੀ, ਤਾਂ ਇਸ ਦਾ ਰਾਈਟ ਆਨਸਰ ਹੁਣ ਅਸੀਂ ਆਪਸ਼ਨ ਏ, ਲੈਟਿਨ ਭਾਸ਼ਾ ਤੋਂ ਇਹ ਲਿਆ ਗਿਆ। ਲਓ 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 ਲਓ, ਇੱਕ ਕੁਐਸਚਨ ਹੋਰ ਆ ਗਿਆ ਅੱਗੇ 23 ਦੇ ਵਿੱਚ, PS ਟੈਟ ਮਾਰਚ 2023 ਦੇ ਵਿੱਚ। ਕੀ ਕਹਿ ਰਹੇ ਨੇ ਇਹਨਾਂ ਨੇ ਕੀ ਹੈ, ਕਹਿੰਦੇ ਕੋਮਨ ਇਮੋਸ਼ਨਲ ਪੈਟਰਨ ਆਫ ਨਿਊ ਬੋਰਨ ਇਨਫੈਂਟ, ਮਤਲਬ ਕਿ ਨਵੇਂ ਜਨਮੇ ਬੱਚੇ ਦਾ ਭਾਵਨਾਤਮਕ ਪੈਟਰਨ ਕੀ ਹੋਏਗਾ। ਤਾਂ ਮਤਲਬ ਕਿ ਤੁਸੀਂ ਕੀ ਦੱਸਣੀਆਂ ਨੇ, ਉਹਦੇ ਇਮੋਸ਼ਨ ਦੱਸਣੇ ਨੇ ਜਿਹੜੇ ਜਨਮ ਤੋਂ ਹੋਣ। ਹੁਣ ਇੱਥੇ ਇਹਨਾਂ ਨੇ ਨਾਮ ਤਾਂ ਨਹੀਂ ਲਿਖਿਆ ਕਿਸੇ ਦਾ ਵੀ ਕਿਸ ਦੇ ਅਕੋਰਡਿੰਗ, ਕਿਸੇ ਸਾਈਕੋਲੋਜਿਸਟ ਦਾ ਨਾਂ ਨਹੀਂ ਲਿਖਿਆ, ਪਰ ਆਪਾਂ ਜਨਰਲੀ ਕੀ ਮੰਨ ਲਾਂਗੇ, ਉਹੀ 3 ਜਿਹੜੇ ਵਾਟਸਨ ਨੇ ਦਿੱਤੇ ਨੇ। ਕਿਹੜੇ ਕਿਹੜੇ ਨੇ ਉਹ? ਤਾਂ ਇਹ ਨੇ ਜੀ ਪਿਆਰ, ਡਰ, ਗੁੱਸਾ, ਲਵ, ਐਂਗਰ, ਫੀਅਰ। ਸੀ ਆਪਸ਼ਨ ਇਸ 'ਤੇ ਸਾਡਾ ਰਾਈਟ ਆਨਸਰ ਹੋ ਜਾਵੇਗਾ। ਤਾਂ ਇਸ ਤਰੀਕੇ ਨਾਲ ਇਹ ਕੁਐਸਚਨ ਬਣਦੇ ਨੇ। ਹੁਣ ਤੁਸੀਂ ਦੱਸੋ ਵੀ ਟੌਪਿਕ ਘੈਂਟ ਹੈ ਜਾਂ ਨਹੀਂ। ਠੀਕ ਹੈ, ਇਹ ਤਾਂ ਕੁਛ ਨਹੀਂ, ਹਾਲੇ ਅੱਗੇ ਦੇਖਿਓ। ਮਤਲਬ ਟੌਪਿਕ ਕੋਈ ਬਾਹਲਾ ਲੈਂਦੀ ਵੀ ਨਹੀਂ ਹੈਗਾ, ਸਿੰਪਲ ਜਿਹਾ ਟੌਪਿਕ ਹੈ। ਪਰ ਕੁਐਸਚਨ ਬਣਾ ਰਹੇ ਨੇ ਜਦੋਂ ਪੰਜਾਬ ਨੈੱਟ ਵਾਲੇ, ਤਾਂ ਆਪਾਂ ਕਿਉਂ ਨਾ ਇਹਨੂੰ ਪੜ੍ਹ ਲਈਏ। ਤਾਂ ਦੇਖੋ, ਹੁਣ ਅਸੀਂ ਸਮਝਦੇ ਹਾਂ ਭਾਵਨਾ ਦੀਆਂ ਵਿਸ਼ੇਸ਼ਤਾਵਾਂ, ਯਾਨੀ ਕਿ ਕਰੈਕਟਰਿਸਟਿਕਸ ਆਫ ਇਮੋਸ਼ਨ। ਜੋ ਇਮੋਸ਼ਨ ਹੈ ਨਾ ਜੀ, ਉਹ ਇੰਪੈਕਟ ਕਰਦਾ ਹੈ ਆਪਣੀ ਲਰਨਿੰਗ ਨੂੰ, ਸਿੱਖਣ ਨੂੰ ਪ੍ਰਭਾਵਿਤ ਕਰੂਗਾ। ਇਸ ਤੋਂ ਬਿਨਾਂ ਮੋਟੀਵੇਸ਼ਨ ਨੂੰ ਪ੍ਰਭਾਵਿਤ ਕਰੂਗਾ ਅਤੇ ਕੋਗਨੀਸ਼ਨ ਨੂੰ ਪ੍ਰਭਾਵਿਤ ਕਰੂਗਾ। ਦੇਖੋ ਜੀ, ਗੱਲ ਸੁਣੋ, ਕੁਝ ਥੀਰੀਜ਼ ਨੇ ਜਿਹੜੀਆਂ ਆਪਾਂ ਮਤਲਬ ਇਮੋਸ਼ਨ ਅਤੇ ਮੋਟੀਵੇਸ਼ਨ ਦੋਨਾਂ ਦੇ ਵਿੱਚ ਕੋਮਨ ਜਿਹੀਆਂ ਮੰਨਦੇ ਹਾਂ। ਕਿਉਂਕਿ ਜਿਹੜਾ ਮੋਟੀਵੇਸ਼ਨ ਹੈ ਉਹ ਵੀ ਕਿਤੇ ਨਾ ਕਿਤੇ ਇਮੋਸ਼ਨ ਨਾਲ ਹੀ ਜੁੜਿਆ ਹੋਇਆ ਹੈ। ਠੀਕ ਹੈ ਜੀ, ਤਾਂ ਦੇਖੋ ਹੁਣ ਗੱਲ ਸੁਣੋ,
ਇਸ ਦੀ ਕਰੈਕਟਰਿਸਟਿਕ ਕੀ ਹੈ ਵੀ ਲਰਨਿੰਗ ਨੂੰ ਇਹ ਕੀ ਕਰਦਾ ਇੰਪੈਕਟ ਕਰਦਾ ਹੈ। ਕਹਿਣ ਦਾ ਭਾਵ ਬੱਚੇ ਨੂੰ ਇਮੋਸ਼ਨਲੀ ਸਟਰੋਂਗ ਹੋਣਾ ਪਊਗਾ ਜੇ ਉਸਨੇ ਚੰਗੀ ਤਰ੍ਹਾਂ ਸਿੱਖਣਾ ਹੈ, ਚੰਗੀ ਤਰ੍ਹਾਂ ਲਰਨ ਕਰਨਾ ਹੈ। ਮੋਟੀਵੇਸ਼ਨ, ਜੇਕਰ ਉਸਨੇ ਆਪਣੇ ਅੰਦਰ ਮੋਟੀਵੇਸ਼ਨ ਪੈਦਾ ਕਰਨੀ ਹੈ ਹੈ ਨਾ, ਬਾਹਰੋਂ ਮੋਟੀਵੇਸ਼ਨ ਲੈਣੀ ਤਾਂ ਉਸਨੂੰ ਇਮੋਸ਼ਨਲੀ ਸਟਰੋਂਗ ਹੋਣਾ ਪਊਗਾ। ਕੋਗਨੀਸ਼ਨ ਮਤਲਬ ਕਿ ਕਹਿ ਸਕਦੇ ਹਾਂ ਗਿਆਨ ਦੇ ਪੱਧਰ 'ਤੇ ਹੈ ਨਾ, ਮਤਲਬ ਕਿ ਗਿਆਨਾਤਮਕ ਵਿਕਾਸ ਜੇਕਰ ਉਸਨੇ ਕਰਨਾ ਹੈ ਤਾਂ ਉਸ ਦਾ ਜਿਹੜਾ ਕੋਗਨੀਸ਼ਨ ਹੈ ਉਹ ਡਿਪੈਂਡ ਕਰਦਾ ਕਾਹਦੇ 'ਤੇ, ਇਮੋਸ਼ਨਸ 'ਤੇ। ਸਮਝ ਗਏ। ਅਤੇ ਇਸ ਤੋਂ ਬਿਨਾਂ ਇਹ ਕੀ ਹੈ ਜੀ, ਸਬਜੈਕਟਿਵ ਹੈ। ਇਮੋਸ਼ਨਸ ਆਰ ਸਬਜੈਕਟਿਵ। ਸੈਕਿੰਡ ਕਰੈਕਟਰਿਸਟਿਕ ਇਹਦੀ ਕੀ ਹੈ, ਮਤਲਬ ਕਿ ਖੁੱਲ੍ਹੇ ਸ਼ੇਰ ਨੇ ਇਹ, ਮਤਲਬ ਕਿ ਇਮੋਸ਼ਨ ਦੇ ਉੱਤੇ ਜਿਹੜਾ ਆਇਆ ਸਾਈਕੋਲੋਜਿਸਟ ਉਹ ਆਪਣੀ ਥਿਊਰੀਆਂ ਦੇ ਕੇ ਚਲਾ ਗਿਆ, ਕਿਉਂਕਿ ਇਹਦੇ 'ਤੇ ਕੋਈ ਫਿਕਸੇਸ਼ਨ ਨਹੀਂ ਹੈਗੀ। ਇੱਕ ਮੇਰੇ ਇਮੋਸ਼ਨ ਅਲੱਗ ਤਰ੍ਹਾਂ ਦੇ ਹੋ ਸਕਦੇ ਨੇ, ਸਾਹਮਣੇ ਵਾਲੇ ਦੇ ਅਲੱਗ ਤਰ੍ਹਾਂ ਦੇ ਹੋ ਸਕਦੇ ਨੇ, ਤੀਸਰੇ ਬੰਦੇ ਦੇ ਅਲੱਗ ਤਰ੍ਹਾਂ ਦੇ ਹੋ ਸਕਦੇ ਨੇ। ਤਾਂ ਜਿੰਨੇ ਮੂੰਹ ਓਨੀਆਂ ਗੱਲਾਂ ਵਾਲੀ ਥਿਊਰੀ ਜਿਹੜੀ ਉਹ ਇਮੋਸ਼ਨ ਦੇ ਉੱਤੇ ਢੁਕਦੀ ਹੈ ਵੀ ਸਾਰਿਆਂ ਨੇ ਆਪਦੇ ਅਕੋਰਡਿੰਗ ਇਮੋਸ਼ਨ ਦੀ ਡੈਫੀਨੇਸ਼ਨ ਦਿੱਤੀ, ਇਸ 'ਤੇ ਪੜ੍ਹਾ ਦੱਸੇ, ਜਿਵੇਂ ਆਪਾਂ ਅੱਗੇ ਥੀਰੀਜ਼ ਦੇ ਵਿੱਚ ਡਿਸਕਸ ਕਰਾਂਗੇ। ਹਾਂਜੀ, ਤਾਂ ਇਹ ਸਬਜੈਕਟਿਵ ਹੋ ਗਿਆ, ਮਤਲਬ ਇਹ 'ਚ ਕੋਈ ਫਿਕਸ ਨਹੀਂ। ਜੇ ਕਿਸੇ ਨੇ ਕਹਿਤਾ ਵੀ ਡਰ ਦੀ ਡੈਫੀਨੇਸ਼ਨ ਇਹ ਹੈ ਤਾਂ ਉਹ ਗਲਤ ਕਹਿ ਰਿਹਾ ਹੈ, ਕਿਉਂਕਿ ਡਰ ਦੀ ਡੈਫੀਨੇਸ਼ਨ ਕਿਸੇ ਅਕੋਰਡਿੰਗ ਕੁਛ ਹੋਰ ਵੀ ਤਾਂ ਹੋ ਸਕਦੀ ਹੈ। ਸਮਝ ਗਏ। ਤਾਂ ਇਹ ਸਬਜੈਕਟਿਵ ਹੈ, ਇਹ ਆਬਜੈਕਟ ਟਾਈਪ ਨਹੀਂ ਹੈਗਾ, ਇਹ ਸਬਜੈਕਟ ਟਾਈਪ ਹੈ, ਮਤਲਬ ਕਿ ਪੂਰਾ ਖੁੱਲ੍ਹਾ ਸ਼ੇਰ ਹੈ ਇਹ। ਠੀਕ ਹੈ। ਨੈਕਸਟ ਹੈ ਜੀ ਨੀਡ ਟੂ ਅਡੈਪਟੇਸ਼ਨ ਐਂਡ ਡਾਇਰੈਕਸ਼ਨ। ਜਿਹੜੇ ਇਮੋਸ਼ਨ ਨੇ ਇਹਨਾਂ ਦੀ ਵਿਸ਼ੇਸ਼ਤਾ ਪਤਾ ਕੀ ਹੈ, ਇਹਨਾਂ ਨੂੰ ਡਾਇਰੈਕਸ਼ਨ ਦੇਣੀ ਪੈਂਦੀ ਹੈ। ਫੋਰ ਐਗਜ਼ਾਮਪਲ ਕਿਸੇ ਨੂੰ ਗੁੱਸਾ ਆ ਰਿਹਾ, ਉਹ ਗੁੱਸੇ ਨੂੰ ਜੋਸ਼ 'ਚ ਬਦਲ ਸਕਦਾ ਹੈ। ਗੁੱਸਾ ਆਇਆ, ਹੋ ਸਕਦਾ ਉਹ ਨੁਕਸਾਨ ਕਰ ਦੇ, ਹੋ ਸਕਦਾ ਉਹ ਗੁੱਸੇ ਨੂੰ ਮਤਲਬ ਕੀ ਕਰ ਗਿਆ, ਮੈਨੇਜ ਕਰ ਗਿਆ ਹੈ ਨਾ, ਉਸ ਨੂੰ ਕੀ ਕਰ ਗਿਆ, ਇੱਕ ਸਹੀ ਡਾਇਰੈਕਸ਼ਨ ਦੇ ਗਿਆ। ਹੋ ਸਕਦਾ ਉਹ ਜੋਸ਼ ਦਾ ਕੰਮ ਕਰੇ, ਉਹ ਕੋਈ ਪ੍ਰਾਪਤੀ ਕਰ ਜੇ। ਸਮਝ ਰਹੇ ਹੋ। ਤਾਂ ਇਸ ਤਰੀਕੇ ਨਾਲ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ ਇਮੋਸ਼ਨ ਨੂੰ, ਇਹ ਇਸ ਦੀ ਕਰੈਕਟਰਿਸਟਿਕ ਹੈ। ਇਸ ਤੋਂ ਬਿਨਾਂ ਅਡੈਪਟੇਸ਼ਨ ਇਸ ਦੇ ਵਿੱਚ ਆਉਂਦੀ ਹੈ। ਅਡੈਪਟੇਸ਼ਨ ਮਤਲਬ ਅਨੁਕੂਲਣ ਕਹਿ ਸਕਦੇ ਹਾਂ, ਵੀ ਕੋਈ ਮਤਲਬ ਕਿਸੇ ਨੂੰ ਗੁੱਸਾ ਆਉਂਦਾ ਸੀ, ਉਹ ਗੁੱਸੇ ਦੇ ਅਨੁਕੂਲ ਹੋ ਰਿਹਾ ਹੈ ਹੁਣ, ਹੈ ਨਾ। ਕਿਸੇ ਨੂੰ ਮਤਲਬ ਡਰ ਸੀ, ਉਹ ਡਰ ਦੇ ਅਨੁਕੂਲ ਹੋ ਗਿਆ, ਉਹਨੇ ਹੌਲੀ ਹੌਲੀ ਉਸ ਨੂੰ ਹੈਂਡਲ ਕਰ ਲਿਆ। ਤਾਂ ਕੁੱਲ ਮਿਲਾ ਕੇ ਇਸ ਚੀਜ਼ ਦੀ ਆਪਾਂ ਨੂੰ ਲੋੜ ਹੈ, ਡਾਇਰੈਕਸ਼ਨ ਦੇਣ ਦੀ ਅਤੇ ਅਡੈਪਟੇਸ਼ਨ ਦੀ। ਮਤਲਬ ਇਹ ਚੀਜ਼ ਵੀ ਇੱਕ ਇਹਦੀ ਵਿਸ਼ੇਸ਼ਤਾ ਹੈ ਵੀ ਇਹਨੂੰ ਸਹੀ ਡਾਇਰੈਕਸ਼ਨ ਦਿੱਤੀ ਜਾਵੇ ਤਾਂ ਇਹ ਪੋਜ਼ੀਟਿਵਲੀ ਵੀ ਇਹ ਤੋਂ ਕੰਮ ਲਿਆ ਜਾ ਸਕਦਾ ਹੈ। ਠੀਕ ਹੈ ਜੀ। ਨੈਕਸਟ ਹੈ ਨੀਡ ਟੂ ਇੰਜੋਏ। ਇਹਨਾਂ ਨੂੰ ਮਤਲਬ ਇੰਜੋਏ ਕਰਨ ਦੀ ਲੋੜ ਹੈ, ਕਿਸੇ ਨੂੰ ਡਰ ਹੈ, ਠੀਕ ਹੈ, ਉਹ ਡਰ ਨੂੰ ਕੱਢਣ ਦੀ ਲੋੜ ਹੈ। ਤਾਂ ਇਸ ਤਰੀਕੇ ਨਾਲ ਸਾਨੂੰ ਲੋੜ ਕੀ ਹੈ ਵੀ ਜਿਹੜੇ ਆਪਣੀ ਇਮੋਸ਼ਨਸ ਨੇ ਉਹਨਾਂ ਨੂੰ ਆਪਾਂ ਇੰਜੋਏ ਕਰੀਏ। ਇੰਜੋਏ ਕਿੱਦਾਂ ਕੀਤਾ ਜਾ ਸਕਦਾ, ਜੇਕਰ ਉਹਨਾਂ ਨੂੰ ਸਹੀ ਡਾਇਰੈਕਸ਼ਨ ਦਿੱਤੀ ਜਾਵੇਗੀ। ਤਾਂ ਇਸ ਤਰੀਕੇ ਨਾਲ ਇਹ ਇਸ ਦੀਆਂ ਕੁਝ ਕਰੈਕਟਰਿਸਟਿਕ ਸੀ। ਪਰ ਇਸ ਤੋਂ ਬਾਅਦ ਇੱਕ ਮੋਸਟ ਇੰਪੋਰਟੈਂਟ ਚੀਜ਼ ਹੋਰ ਕੀ ਹੈ ਕਿ ਭਾਵਨਾ ਦੇ ਕੁਝ ਸਿਧਾਂਤ ਦਿੱਤੇ ਗਏ ਨੇ। ਬਸ ਤੁਸੀਂ ਇਹਨਾਂ ਨੂੰ ਮਤਲਬ ਕਿ ਇਮੋਸ਼ਨਸ ਨੂੰ ਧਿਆਨ ਦੇ 'ਚ ਰੱਖਿਓ। ਵੈਸੇ ਇਹਨਾਂ ਦੇ ਉੱਤੇ ਕੋਈ ਇੰਨਾ ਕਾਫੀ ਵਾਰ ਕੁਐਸਚਨ ਨਹੀਂ ਆਉਂਦਾ, ਬਸ ਇੰਪੋਰਟੈਂਟ ਕੀ ਹੈ ਵੀ ਤੁਹਾਨੂੰ ਮਤਲਬ ਇਮੋਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈ। ਠੀਕ ਹੈ, ਵੀ ਇਮੋਸ਼ਨਾਂ ਦੀ ਗਿਣਤੀ ਵੱਧ ਗਈ। ਪਹਿਲਾਂ ਵਾਟਸਨ ਕੀ ਆਖਦਾ ਸੀ ਵੀ 3 ਇਮੋਸ਼ਨ ਨੇ ਜਨਮ ਤੋਂ, ਪਰ ਉਸ ਤੋਂ ਬਾਅਦ ਜਿਹੜੀਆਂ ਥਿਊਰੀਆਂ ਦਿੱਤੀਆਂ ਗਈਆਂ ਉਸ ਦੇ ਵਿੱਚ ਇਹਨਾਂ ਨੇ ਕਾਫੀ ਜ਼ਿਆਦਾ ਦੱਸਤੇ। ਠੀਕ ਹੈ, ਤਾਂ ਦੇਖੋ ਜਿੰਨੇ ਧਿਆਨ ਦੇ 'ਚ ਰਹਿ ਸਕੇ ਰੱਖ ਲਿਓ। ਠੀਕ ਹੈ, ਫਸਟ ਗੱਲ ਕਰਦੇ ਹਾਂ ਜੀ ਆਪਾਂ ਪੌਲ ਐਕਮਨ ਦੀ। ਤਾਂ ਇਹ ਕੀ ਆਖਦਾ ਸੀ, ਇਸ ਨੇ ਜੋ ਇਮੋਸ਼ਨ ਦਿੱਤੇ ਨੇ, 6 ਇਮੋਸ਼ਨ ਦਿੱਤੇ ਨੇ। ਇਹ ਜਿਹੜੇ 6 ਇਮੋਸ਼ਨ ਨੇ ਜੀ, ਇਹ ਫੇਸ ਐਕਸਪ੍ਰੈਸ਼ਨ ਦੇ ਨਾਲ ਸੰਬੰਧਿਤ ਨੇ। ਮਤਲਬ ਕਹਿੰਦਾ ਵੀ ਜਿਹੜਾ ਫੇਸ ਹੈ ਉਹ ਆਪਾਂ ਨੂੰ ਕੀ ਦੱਸ ਦਿੰਦਾ, ਇਮੋਸ਼ਨ ਦੱਸ ਦਿੰਦਾ ਹੈ ਵੀ ਵਿਅਕਤੀ ਕੀ ਹੈ, ਸੈਡ ਹੈ, ਸਰਪ੍ਰਾਈਜ਼ਡ ਹੈ, ਹੈਪੀ ਹੈ, ਜਾਂ ਫਿਰ ਫੀਅਰ ਹੈ, ਡਿਸਗਸਟ ਹੈ, ਐਂਗਰ ਹੈ। ਤਾਂ ਇਹ ਸਭ ਚੀਜ਼ਾਂ ਦੀ ਪਹਿਚਾਣ ਉਸਦੇ ਫੇਸ ਐਕਸਪ੍ਰੈਸ਼ਨ ਤੋਂ ਹੋ ਜਾਂਦੀ ਹੈ। ਤਾਂ ਇਹ 6 ਇਸ ਨੇ ਦੱਸੇ ਨੇ, ਐਂਗਰ, ਡਿਸਗਸਟ, ਫੀਅਰ, ਹੈਪੀਨੈਸ, ਸੈਡਨੈਸ, ਸਰਪ੍ਰਾਈਜ਼। ਬਸ ਇਹਨਾਂ ਨੂੰ ਧਿਆਨ ਦੇ 'ਚ ਰੱਖ ਲਿਓ। ਨੈਕਸਟ ਗੱਲ ਹੈ ਜੀ ਰਵੈਰਟ। ਤਾਂ ਇਹ ਸੀ ਜਿਹੜਾ ਇਸ ਨੇ ਜੋ ਵੀ ਮਤਲਬ ਇਮੋਸ਼ਨ ਦਿੱਤੇ, ਇਹਨਾਂ ਨੇ ਮਤਲਬ ਇੱਕ ਕ੍ਰਾਂਤੀ ਦਾ ਕੰਮ ਕੀਤਾ, ਰੈਵੋਲਿਊਸ਼ਨ ਲੈ ਕੇ ਆਂਦਾ ਇਮੋਸ਼ਨ ਦੇ ਵਿੱਚ। ਕਿਉਂਕਿ ਪਹਿਲਾਂ ਮਤਲਬ ਘੱਟ ਸੀ ਗਿਣਤੀ, ਉਸ ਤੋਂ ਬਾਅਦ ਇਹ ਪੂਰੇ 8 ਇਮੋਸ਼ਨ ਦੀ ਗੱਲ ਕਰਦਾ ਹੈ, ਮਤਲਬ ਰੈਵੋਲਿਊਸ਼ਨ ਲੈ ਕੇ ਆਂਦਾ ਸੀ ਇਸ ਨੇ। ਅਤੇ ਇਹਨੇ ਜਿਹੜੇ 8 ਇਮੋਸ਼ਨਸ ਨੇ ਉਹ ਦਿੱਤੇ ਨੇ ਜੀ, ਕਹਿ ਸਕਦੇ ਹਾਂ 4 ਲੈਵਲ ਕਹਿ ਲਓ, ਜਾਂ ਮਤਲਬ 4 ਸਟੈਪਸ, 4 ਪੇਅਰਸ ਕਹਿ ਲਓ, ਇੱਦਾਂ ਇਹਨੇ ਦੱਸੇ ਨੇ। ਤਾਂ ਨੰਬਰ 1 ਇਹ ਗੱਲ ਕਰਦਾ ਹੈ ਜੋਆਈ ਦੇ ਨਾਲ ਇਹ ਸੈਡਨੈਸ ਨੂੰ ਜੋੜਦਾ। ਤਾਂ ਦੇਖੋ 2 ਇੱਥੇ ਬਣ ਗਏ ਹੈ ਨਾ, ਜੋਆਈ, ਸੈਡਨੈਸ। ਅਤੇ ਇਸ ਤੋਂ ਬਾਅਦ ਟਰਸਟ, ਡਿਸਗਸਟ। ਤਾਂ ਇੱਥੇ 2 ਇੱਥੇ ਬਣ ਗਏ। ਇਸ ਤੋਂ ਬਾਅਦ ਐਂਟੀਸਪੇਸ਼ਨ ਨੂੰ ਇਹ ਸਰਪ੍ਰਾਈਜ਼ ਨਾਲ ਜੋੜਦਾ ਹੈ। ਠੀਕ ਹੈ, ਮਤਲਬ ਉਸ ਦਾ ਇੱਦਾਂ ਸਰਕਲ ਬਣਾ ਕੇ ਪੂਰਾ ਇਹਨੂੰ ਤੁਸੀਂ ਯਾਦ ਰੱਖ ਸਕਦੇ ਹੋ। ਠੀਕ ਹੈ, ਵੀ ਇੱਦਾਂ। ਠੀਕ ਹੈ, ਵੀ ਇੱਕ ਇੱਥੇ ਜਿਵੇਂ ਇੱਥੇ ਲਿਖ ਲਿਓ ਜੋਆਈ, ਇੱਥੇ ਸੈਡਨੈਸ, ਇੱਥੇ ਟਰਸਟ, ਇੱਥੇ ਕਹਿ ਸਕਦੇ ਆਪਾਂ ਡਿਸਗਸਟ, ਇੱਦਾਂ। ਠੀਕ ਹੈ ਜੀ, ਮਤਲਬ ਇਹ ਇਹਨੇ ਥਿਊਰੀ ਦੇ ਵਿੱਚ ਵੀ ਇਹਦੇ ਵਿੱਚ ਇੱਦਾਂ ਹੀ ਹੈ। ਠੀਕ ਹੈ, ਇੱਥੇ ਲਿਖ ਸਕਦੇ ਹੋ ਤੁਸੀਂ ਐਂਟੀਸਪੇਸ਼ਨ, ਇੱਥੇ ਇਸ ਦਾ ਲਿਖ ਸਕਦੇ ਹੋ ਸਰਪ੍ਰਾਈਜ਼, ਮਤਲਬ ਓਪੋਜਿਟ ਲਿਖ ਲਓ ਫੀਅਰ, ਇੱਥੇ ਲਿਖ ਸਕਦੇ ਹੋ ਐਂਗਰ। ਠੀਕ ਹੈ, ਇੱਦਾਂ ਪੂਰਾ ਇੱਕ ਬਣਾ ਕੇ ਡਾਇਗਰਾਮ ਇਹਨਾਂ ਨੂੰ ਵਧੀਆ ਨੋਟ ਕਰ ਲਿਓ। ਠੀਕ ਹੈ,
ਫੀਅਰ, ਐਂਗਰ। ਤਾਂ ਇਸ ਤਰੀਕੇ ਨਾਲ ਇਹ ਪੂਰੇ ਨੇ 4 ਪੇਅਰ ਦਿੱਤੇ ਨੇ ਅਤੇ 8 ਇਮੋਸ਼ਨਸ ਦੀ ਗੱਲ ਇਸ ਨੇ ਕੀਤੀ ਹੈ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹਨੂੰ ਧਿਆਨ ਦੇ ਵਿੱਚ ਰੱਖਿਓ। ਇਸ ਤੋਂ ਬਾਅਦ ਇੱਕ ਸੀ ਜੇਮਸ ਐਂਡ ਲੈਂਗੇਜ। ਤਾਂ ਇਹਨਾਂ ਨੇ ਕੀ ਕੀਤਾ ਸੀ, ਜੋ ਇਮੋਸ਼ਨ ਦੋ ਜਣੇ ਨੇ ਇਹ ਦੋਨਾਂ ਨੇ ਰਲ ਕੇ ਦਿੱਤੇ ਸੀ। ਇਹ ਕੀ ਆਖਦੇ ਸੀ, ਕਹਿੰਦਾ ਪਹਿਲਾਂ ਫਿਜ਼ੀਓਲੋਜੀਕਲ ਅਰਾਊਜ਼ਲ ਹੁੰਦੀ ਹੈ, ਮਤਲਬ ਕਿ ਉਤੇਜਨਾ, ਮਤਲਬ ਆਪਣੇ ਸਰੀਰ ਨਾਲ ਰਿਲੇਟਡ ਪਹਿਲਾਂ ਉਤੇਜਨਾ ਹੁੰਦੀ ਹੈ, ਫਿਰ ਆਪਾਂ ਨੇ 'ਚ ਇਮੋਸ਼ਨ ਆਉਂਦੇ ਨੇ ਉਸ ਨਾਲ ਰਿਲੇਟਡ। ਫੋਰ ਐਗਜ਼ਾਮਪਲ ਹੋ ਸਕਦਾ ਵੀ ਤੁਹਾਡੇ ਸੱਟ ਲੱਗੀ, ਪਹਿਲਾਂ ਮਤਲਬ ਤੁਹਾਡੇ ਦੁੱਖ ਲੱਗਿਆ ਇੱਥੇ ਹੈ ਨਾ, ਵੀ ਸੱਟ ਲੱਗੀ ਆਪਣੇ ਕੋਈ ਮਤਲਬ ਹੱਥ 'ਤੇ, ਉਹ ਪਹਿਲਾਂ ਫਿਜ਼ੀਕਲੀ ਉਤੇਜਨਾ ਆਈ ਆਪਣੇ ਵਿੱਚ। ਹੋ ਸਕਦਾ ਆਪਾਂ ਨੂੰ ਉੱਥੇ ਦਰਦ ਹੋਵੇ, ਤਾਂ ਉਹ ਦਰਦ ਦੇ ਬੇਸ 'ਤੇ ਆਪਣਾ ਇਮੋਸ਼ਨ ਕੀ ਆਇਆ, ਹੋ ਸਕਦਾ ਆਪਾਂ ਡਰ ਜਾਈਏ, ਹੋ ਸਕਦਾ ਆਪਾਂ ਰੋਣ ਲੱਗ ਜਾਈਏ। ਤਾਂ ਉਹ ਇਮੋਸ਼ਨ ਕੀ 'ਤੇ ਆਏ, ਪਹਿਲਾਂ ਉਹ ਫਿਜ਼ੀਓਲੋਜੀਕਲ ਅਰਾਊਜ਼ਲ ਦੀ ਗੱਲ ਕਰਦੇ ਨੇ, ਫਿਰ ਉਹ ਆਖਦੇ ਨੇ ਕੀ ਆਏ, ਇਮੋਸ਼ਨ ਆਏ। ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਕਹਿ ਸਕਦੇ ਹਾਂ ਇਹਨਾਂ ਦੀ ਆਲੋਚਨਾ ਵੀ ਕੀਤੀ ਗਈ। ਉਸ ਤੋਂ ਬਾਅਦ ਹੈ ਨਾ ਇਹਨਾਂ ਨੂੰ ਕ੍ਰਿਟੀਕਾਈਜ਼ ਵੀ ਕੀਤਾ ਗਿਆ, ਕਿਹਾ ਗਿਆ ਵੀ ਇਹ ਉਲਟਾ ਹੈ, ਵੀ ਪਹਿਲਾਂ ਇਮੋਸ਼ਨ ਆਏ ਫਿਰ ਕਹਿ ਸਕਦੇ ਹਾਂ ਅਰਾਊਜ਼ਲ ਆਇਆ। ਮਤਲਬ ਉਹ ਅਲੱਗ ਗੱਲ ਹੈ, ਇੰਨਾ ਆਪਾਂ ਡੀਪ 'ਚ ਨਹੀਂ ਜਾਣਾ ਚਾਹੁੰਦੇ, ਕਿਉਂਕਿ ਬਸ ਸਿੰਪਲ ਟੂ ਦਾ ਪੁਆਇੰਟ ਗੱਲ ਨੂੰ ਧਿਆਨ ਦੇ 'ਚ ਰੱਖ ਲਿਓ। ਇਸ ਤੋਂ ਬਾਅਦ ਮੈਕਡੂਗਲ। ਤਾਂ ਮੈਕਡੂਗਲ ਹੈ ਜਿਹੜਾ, ਇਹ ਇੰਪੋਰਟੈਂਟ ਕਿਉਂ ਬਣ ਜਾਂਦਾ ਹੈ, ਕਿਉਂਕਿ ਇਹ ਕਹਿ ਸਕਦੇ ਹਾਂ ਅੱਖਾਂ ਮੀਚ ਕੇ ਦਈਏ ਗਿਆ ਸਿਧਾਂਤ, ਮਤਲਬ ਕਹਿ ਸਕਦੇ ਇਮੋਸ਼ਨ ਦੱਸੇ ਹੀ ਗਿਆ। ਤਾਂ ਇਹਨੇ ਪੂਰੇ 14 ਇੰਸਟਿੰਕਟਸ ਦੀ ਗੱਲ ਕੀਤੀ ਹੈ। ਹੋ ਸਕਦਾ ਕਿਤੇ ਤੁਹਾਨੂੰ ਵੱਧ ਘੱਟ ਗਿਣਤੀ ਵੀ ਲਿਖੀ ਮਿਲੇ ਹੈ ਨਾ, ਵੀ ਹੋ ਸਕਦਾ ਤੁਹਾਨੂੰ ਕਿਤੇ 18 ਵਗੈਰਾ ਇੱਦਾਂ ਵੀ ਮਿਲੇ, ਪਰ ਜਨਰਲੀ ਜੋ ਮੈਂ ਪੜ੍ਹਿਆ ਜਾਂ ਫਿਰ ਮੈਂ ਜਿੱਥੇ ਤੋਂ ਸਿੱਖਿਆ ਉਹਨਾਂ ਨੇ 14 ਹੀ ਆਪਾਂ ਅਪਰੋਕਸੀਮੇਟ ਵੀ ਮਾਨਤਾ ਕਹਿ ਲਓ, ਜਾਂ 14 ਨੂੰ ਮਤਲਬ 14 ਆਪਾਂ ਜਨਰਲੀ ਪੜ੍ਹਦੇ ਹਾਂ। ਠੀਕ ਹੈ। ਤਾਂ ਤੁਸੀਂ ਕੀ ਕਹੋਗੇ ਕਿ ਮੈਕਡੂਗਲ ਨੇ 14 ਇੰਸਟਿੰਕਟਸ ਦੀ ਗੱਲ ਕੀਤੀ ਹੈ। ਇੰਸਟਿੰਕਟਸ ਮੀਨਜ਼ ਮੂਲ ਪ੍ਰਵਿਰਤੀਆਂ। ਕੀ ਕਹਿ ਸਕਦੇ ਆਪਾਂ, ਮੂਲ ਪ੍ਰਵਿਰਤੀਆਂ। ਜੋ ਮੂਲ ਪ੍ਰਵਿਰਤੀਆਂ ਨੇ, ਇਹ ਕੀ ਆਖਦਾ, ਕਹਿੰਦਾ ਉਹ ਜਿਹੜੀਆਂ ਆਪਣੀਆਂ ਮੂਲ ਪ੍ਰਵਿਰਤੀਆਂ ਨੇ, ਇਹਨਾਂ ਦੇ ਬੇਸ 'ਤੇ ਕੀ ਹੈ, ਆਪਣੇ ਵਿੱਚ ਇਮੋਸ਼ਨ ਆਉਂਦੇ ਨੇ, ਆਪਣੇ ਵਿੱਚ ਕੀ ਆਉਂਦੀਆਂ ਨੇ, ਭਾਵਨਾਵਾਂ ਆਉਂਦੀਆਂ ਨੇ। ਫੋਰ ਐਗਜ਼ਾਮਪਲ ਇਹ ਕਹਿੰਦਾ ਵੀ ਤੁਸੀਂ ਨੇ ਮੰਨ ਕੇ ਚੱਲੋ ਬਚਨ ਹੈ ਨਾ, ਭੱਜਣਾ ਤੁਸੀਂ ਨੇ, ਤਾਂ ਉਹ ਡਰ ਦੇ ਕਾਰਨ ਹੈ। ਤਾਂ ਇਸ ਤਰ੍ਹਾਂ ਇਹ ਕੀ ਕਰੂਗਾ ਜੀ, ਇੰਸਟਿੰਕਟ ਨੂੰ ਐਸੋਸੀਏਟ ਕਰੂਗਾ ਇਮੋਸ਼ਨ ਦੇ ਨਾਲ। ਇਹਦੇ ਵਿੱਚੋਂ ਸਵਾਲ ਵੀ ਬਣਿਆ, ਉਹ ਵੀ ਅੱਗੇ ਡਿਸਕਸ ਕਰਾਂਗੇ। ਦੇਖੋ ਪਹਿਲਾਂ ਤਾਂ 14 ਦੀ ਗੱਲ ਕਰਦਾ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ ਇਹਨੇ ਪਤਾ ਕੀ ਕੀਤਾ ਆਪਣੀ ਥਿਊਰੀ ਦੇ ਵਿੱਚ, ਇਸ ਦੀ ਥਿਊਰੀ ਨੂੰ ਇੰਸਟਿੰਕਟ ਥਿਊਰੀ ਕਿਹਾ ਜਾਂਦਾ। ਇਹ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਹੈ। ਠੀਕ ਹੈ। ਇੰਸਟਿੰਕਟਸ ਦੀ ਗੱਲ ਕਰਦਾ ਹੈ, ਮਤਲਬ ਮੂਲ ਪ੍ਰਵਿਰਤੀਆਂ ਦੀ ਇਹ ਗੱਲ ਕਰਦਾ ਹੈ। ਨੰਬਰ 1 ਜਿਵੇਂ ਦੇਖੋ ਕੰਬੈਟ, ਤਾਂ ਇਹ ਗੁੱਸੇ ਨਾਲ ਇਸ ਨੂੰ ਐਸੋਸੀਏਟ ਕਰਦਾ। ਠੀਕ ਹੈ। ਮਤਲਬ ਇਸ ਸਾਈਡ 'ਤੇ ਜਿਹੜੇ ਆਪਣੇ ਸਾਰੇ ਲਿਖੇ ਹੋਣਗੇ, ਇਹ ਕੀ ਹੋਣਗੇ ਜੀ, ਐਸੋਸੀਏਟਡ ਇਮੋਸ਼ਨਸ ਹੋਣਗੇ ਇਹ ਸਾਰੇ, ਅਤੇ ਇੱਧਰ ਸਾਰੀਆਂ ਕੀ ਹੋਣਗੀਆਂ ਆਪਣੇ ਕੋਲ, ਪ੍ਰਵਿਰਤੀਆਂ। ਠੀਕ ਹੈ। ਕਹਿਣ ਦਾ ਭਾਵ ਕੀ ਕਹਿ ਸਕਦੇ ਆਪਾਂ, ਇਹ ਕੀ ਨੇ ਜੀ ਆਪਣੇ ਕੋਲ, ਇੰਸਟਿੰਕਟਸ ਨੇ। ਠੀਕ ਹੈ। ਬਸ ਇਹਨਾਂ ਨੂੰ ਇੱਦਾਂ ਹੀ ਧਿਆਨ ਦੇ ਵਿੱਚ ਰੱਖਿਓ, ਲਿਸਟ ਨੂੰ ਜਿੰਨੇ ਯਾਦ ਰਹਿ ਸਕੇ ਉਨੇ ਯਾਦ ਰੱਖ ਲਿਓ। ਹੋ ਸਕਦਾ ਵੀ ਤੁਸੀਂ ਦੂਜੀ ਤੀਜੀ ਵਾਰ ਮਤਲਬ ਰਿਵਾਈਜ਼ ਕਰ ਰਹੇ ਹੋਵੋ, ਤਾਂ ਤੁਹਾਡੇ ਇਹ ਯਾਦ ਵੀ ਹੋਣ। ਠੀਕ ਹੈ। ਕੋਈ ਵੱਡੀ ਗੱਲ ਨਹੀਂ, ਪਰ ਇਸ ਦੇ ਵਿੱਚੋਂ ਮੈਂ ਤੁਹਾਨੂੰ ਕੀ ਦੱਸੂਗਾ ਵੀ ਤੁਸੀਂ ਇੰਪੋਰਟੈਂਟ ਨੇ ਜਿਹੜੇ, ਉਹਨਾਂ ਨੂੰ ਤਾਂ ਧਿਆਨ ਦੇ ਵਿੱਚ ਰੱਖੋ, ਯਾਦ ਕਰ ਲਓ। ਪਰ ਜਿਹਦੇ 14 ਦੇ 14 ਯਾਦ ਰਹਿੰਦੇ ਨੇ, ਉਹ ਸਭ ਤੋਂ ਬੈਸਟ ਹੈ। ਠੀਕ ਹੈ। ਵੀ ਇਹਦੇ ਵਿੱਚੋਂ ਕੁਐਸਚਨ ਤਾਂ ਬਣੇ ਹੈ। ਹੁਣ ਦੇਖੋ ਆਪਾਂ ਇਹਨਾਂ ਨੂੰ ਸਮਝਦੇ ਹਾਂ ਥੋੜ੍ਹਾ ਜਿਹਾ। ਰਿਪਲਸ਼ਨ ਕੀ ਹੈ, ਦੇਖੋ ਜੀ, ਰਿਪਲਸ਼ਨ ਇਸ ਨੂੰ ਜੋੜਿਆ ਜਾਂਦਾ ਕਾਹਦੇ ਨਾਲ, ਹੇਟ ਦੇ ਨਾਲ। ਆਪਣੇ 'ਚ ਇਮੋਸ਼ਨ ਕੀ ਆਊਗਾ, ਨਫ਼ਰਤ ਦਾ, ਹੇਟ ਦਾ। ਇਸ ਤਰ੍ਹਾਂ ਕਰਿਓਸਿਟੀ, ਜੇਕਰ ਕਰਿਓਸਿਟੀ ਹੈ ਤਾਂ ਵੰਡਰ ਦਾ ਇਮੋਸ਼ਨ ਹੈ ਉਸ ਨਾਲ ਜੁੜਿਆ ਹੋਇਆ। ਠੀਕ ਹੈ। ਐਸੋਸੀਏਟਡ ਦਾ ਮਤਲਬ ਆਪਾਂ ਸੰਬੰਧਿਤ ਕਹਿ ਸਕਦੇ ਹਾਂ ਨਾ, ਵੀ ਇਮੋਸ਼ਨ ਕਿਹੜਾ ਸੰਬੰਧਿਤ ਹੈ ਕਿਹੜੀ ਇੰਸਟਿੰਕਟ ਦੇ ਨਾਲ, ਜਿਵੇਂ ਕਰਿਓਸਿਟੀ ਹੈ ਮਤਲਬ ਕਿ ਜਿਗਿਆਸਾ ਹੈ, ਤਾਂ ਉਸ ਦੇ ਨਾਲ ਐਸੋਸੀਏਟਡ ਇਮੋਸ਼ਨ ਕਿਹੜਾ ਹੈ, ਵੰਡਰ ਦਾ। ਠੀਕ ਹੈ ਜੀ। ਇਸੇ ਤਰ੍ਹਾਂ ਸਬਮਿਸ਼ਨ, ਇਸ ਦੇ ਨਾਲ ਨੈਗੇਟਿਵ ਸੈਲਫ ਫੀਲਿੰਗ ਜੁੜੀ ਹੋਈ ਹੈ। ਠੀਕ ਹੈ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਦੇਖੋ ਜੀ, ਕਹਿ ਸਕਦੇ ਹਾਂ ਫੂਡ ਸੀਕਿੰਗ ਕਾਹਦੇ ਨਾਲ ਰਿਲੇਟਡ ਹੈ, ਭੁੱਖ ਨਾਲ। ਮਤਲਬ ਆਪਾਂ ਭੋਜਨ ਕਦੋਂ ਦੇਖਦੇ ਹਾਂ ਵੀ ਇੱਥੇ ਭੋਜਨ ਮਿਲੇ, ਮੈਨੂੰ ਕਿੱਥੋਂ ਭੋਜਨ ਮਿਲੂਗਾ, ਤਾਂ ਆਪਾਂ ਉਹਦੀ ਮਤਲਬ ਉਹ ਪ੍ਰਵਿਰਤੀ ਆਪਣੇ 'ਚ ਕਦੋਂ ਆਉਂਦੀ, ਜਦੋਂ ਆਪਾਂ ਨੂੰ ਭੁੱਖ ਹੋਵੇ। ਸੈਕਸ ਦੀ ਪ੍ਰਵਿਰਤੀ ਕਦੋਂ ਆਉਂਦੀ, ਜਦੋਂ ਲਸਟ ਮਤਲਬ ਵਾਸ਼ਨਾ ਹੈ, ਕਾਮ ਵਾਸ਼ਨਾ ਹੈ ਨਾ, ਤਾਂ ਉਸ ਸਮੇਂ ਸੈਕਸ ਦੀ ਕਹਿ ਸਕਦੇ ਹਾਂ ਇੰਸਟਿੰਕਟ ਮੂਲ ਪ੍ਰਵਿਰਤੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਪੇਰੈਂਟਲ ਕੇਅਰ, ਟੈਂਡਰ, ਇਮੋਸ਼ਨ, ਲਵ। ਠੀਕ ਹੈ। ਅਤੇ ਇਹ ਸਭ ਨੇ ਜਿਹੜੀਆਂ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਗ੍ਰੇਗੇਰੀਅਨਨੈਸ, ਲੋਨਲੀਨੈਸ ਨਾਲ, ਮਤਲਬ ਕਿ ਇਕੱਲੇਪਨ ਨਾਲ ਰਿਲੇਟਡ ਹੈ। ਇਸਕੇਪ, ਫੀਅਰ ਨਾਲ ਰਿਲੇਟਡ ਹੈ। ਅਤੇ ਇਸ ਤੋਂ ਬਾਅਦ ਹੈ ਜੀ ਅਪੀਲ, ਕਹਿ ਸਕਦੇ ਹਾਂ ਸਟਰੈਸ ਦੇ ਨਾਲ ਰਿਲੇਟਡ ਹੈ, ਡੀਸਟਰੈਸ ਦੇ ਨਾਲ ਰਿਲੇਟਡ ਹੈ। ਸੈਲਫ ਓਬਜ਼ਰਵੇਸ਼ਨ, ਪੋਜ਼ੀਟਿਵ ਸੈਲਫ ਫੀਲਿੰਗ ਹੈ। ਠੀਕ ਹੈ। ਕੰਸਟਰਕਟਿਵਿਜ਼ਨੈਸ, ਕਹਿ ਸਕਦੇ ਹਾਂ ਕਿ ਫੀਲਿੰਗ ਆਫ ਕ੍ਰੀਏਟਿਵਨੈਸ, ਯਾਨੀ ਕਿ ਰਚਨਾਤਮਕਤਾ ਦੀ ਭਾਵਨਾ ਨਾਲ ਰਿਲੇਟਡ ਹੈ। ਠੀਕ ਹੈ। ਇਸ ਤੋਂ ਬਿਨਾਂ ਆਪਣੇ ਕੋਲ 13ਵੀਂ ਹੈ ਜੀ ਐਕੁਜੈਸਟਿਵਨੈਸ, ਫੀਲਿੰਗ ਆਫ ਓਨਰਸ਼ਿਪ ਕਹਿ ਸਕਦੇ ਹਾਂ ਆਪਾਂ। ਠੀਕ ਹੈ। ਇਸ ਦੇ ਨਾਲ ਰਿਲੇਟਡ ਹੈ। ਇਸ ਤੋਂ ਬਿਨਾਂ ਲਾਫਟਰ, ਇਹ ਮਨੋਰੰਜਨ, ਅਮਿਊਜ਼ਮੈਂਟ ਦੇ ਨਾਲ ਰਿਲੇਟਡ ਹੈ।
ਤਾਂ ਇਹ 14 ਤਾਂ ਆਪਾਂ ਡਿਸਕਸ ਕਰ ਲਈਆਂ। ਪਰ ਇੱਕ ਗੱਲ ਹੋਰ ਜੋ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਵੀ ਕਦੋਂ ਸਾਰੇ 14 ਦਿਖਾਉਣ ਸਕਰੀਨ ਦੇ ਉੱਤੇ ਵੀ ਆਪਾਂ ਸਕਰੀਨਸ਼ਾਟ ਲਈਏ। ਲਓ ਜੀ, ਤੁਹਾਡੀ ਇੱਛਾ ਕਰਤੀ ਪੂਰੀ ਆਪਾਂ ਨੇ, ਠੀਕ ਹੈ। ਇਸ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ, ਕੋਈ ਇਹ ਹੋਣਾ ਜਿਹਨੇ ਨੋਟ ਕੀਤਾ ਹੈ। ਅਤੇ ਦੇਖੋ ਤਾਂ ਗੱਲ ਆ ਗਈ, ਚਲੋ ਸਕਰੀਨਸ਼ਾਟ ਤਾਂ ਲੈ ਲਓ, 14 ਨਹੀਂ 14 ਠੀਕ ਹੈ। ਤਾਂ 14 ਪ੍ਰਵਿਰਤੀਆਂ ਨੇ, ਨਾਲ ਉਸ ਦੇ ਨਾਲ 14 ਕੀ ਨੇ ਇਮੋਸ਼ਨ ਦੱਸੇ ਨੇ ਮੈਕਡੂਗਲ ਨੇ। ਅਤੇ ਇੱਕ ਗੱਲ ਹੋਰ ਜੀ, ਮੈਂ ਤਾਂ ਇਹਦੇ 'ਚੋਂ ਕੁਝ ਨੇ ਜਿਹੜੀਆਂ ਉਹ ਹਾਈਲਾਈਟ ਕਰ ਰਿਹਾ, ਜਿਹੜੀਆਂ ਤੁਹਾਨੂੰ ਕਿਸੇ ਵੀ ਹਾਲਤ ਦੇ ਵਿੱਚ ਯਾਦ ਰੱਖਣੀਆਂ ਪੈਣਗੀਆਂ, ਠੀਕ ਹੈ। ਬਾਕੀਆਂ 'ਚ ਚਲੋ ਮੈਂ ਤੁਹਾਨੂੰ ਛੋਟ ਦੇ ਤੀ ਵੀ ਤੁਹਾਡੇ ਸਾਰੇ ਮਾੜੀ। ਜੇ ਮੈਂ ਇੱਕ ਬੱਚਿਆਂ ਨੂੰ ਕੀ ਕਹਿਣਾ ਹੁੰਦਾ, ਬੱਚੇ ਕਈ ਵਾਰ ਪੁੱਛਣ ਲੱਗ ਜਾਂਦੇ ਨੇ ਵੀ ਸਰ ਇਹ ਸਵਾਲ ਆਊਗਾ ਜੀ ਪੇਪਰ 'ਚ, ਇਹ ਸਵਾਲ ਆਊਗਾ ਜੀ ਪੇਪਰ 'ਚ। ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਵੀ ਜੇ ਪੇਪਰ ਪਾਉਣ ਵਾਲੇ ਨੇ ਤੁਹਾਡੇ ਤੋਂ ਬਦਲਾ ਲੈਣਾ ਹੋਇਆ ਤਾਂ ਇਹ ਸਵਾਲ ਪਾਊਗਾ। ਉਹ ਕਈ ਵਾਰ ਬਦਲਾ ਲਿਆ ਵੀ ਪੇਪਰ ਪਾਉਣ ਵਾਲਿਆਂ ਨੇ, ਬੋਰਡ ਵਾਲਿਆਂ ਨੇ, ਠੀਕ ਹੈ। ਉਹੀ ਗੱਲ ਹੈ, ਤਾਂ ਹੋ ਸਕਦਾ ਬਦਲਾ ਲੈਣਾ ਹੋਵੇ, ਕੋਈ ਵੀ ਇਮੋਸ਼ਨ ਪਾ ਦੇਣ। ਪਰ ਮੈਂ ਤੁਹਾਨੂੰ ਕੁਝ ਦੱਸਦਾ ਵੀ ਜਿਹੜੇ ਇੰਪੋਰਟੈਂਟ ਨੇ। ਨੰਬਰ 1 ਐਂਗਰ ਵਾਲਾ ਇੰਪੋਰਟੈਂਟ ਹੈ ਜੀ, ਇਸ ਤੋਂ ਬਿਨਾਂ ਹੇਟ ਵਾਲਾ ਇੰਪੋਰਟੈਂਟ ਹੈ ਅਤੇ ਵੰਡਰ ਵਾਲਾ। ਪਹਿਲੇ ਤਿੰਨ ਇਹੀ ਇੰਪੋਰਟੈਂਟ ਨੇ। ਭੁੱਖ ਵਾਲਾ ਇੰਪੋਰਟੈਂਟ ਹੈ, ਲਸਟ ਵਾਲਾ ਯਾਨੀ ਕਿ ਕਹਿ ਸਕਦੇ ਹਾਂ ਸੈਕਸ ਵਾਲਾ। ਇਸ ਤੋਂ ਬਿਨਾਂ ਇਸਕੇਪ ਫੀਅਰ ਵਾਲਾ ਇੰਪੋਰਟੈਂਟ ਹੈ। ਇਸ ਤੋਂ ਬਿਨਾਂ ਇਹ, ਠੀਕ ਹੈ। ਇਹ ਤਾਂ ਜ਼ਰੂਰ ਯਾਦ ਰੱਖ ਲਿਓ, ਠੀਕ ਹੈ। ਇਹਨਾਂ ਦੇ ਵਿੱਚੋਂ ਕੁਐਸਚਨ ਬਣਦੇ ਪੂਰੇ ਚਾਂਸ ਹੁੰਦੇ ਨੇ, ਠੀਕ ਹੈ ਜੀ। ਤਾਂ ਇਹ ਹੋ ਗਈ ਆਪਣੀ ਗੱਲਬਾਤ। ਹੁਣ ਆਪਾਂ ਦੁਬਾਰੇ ਦੇਖੋ ਜੀ, ਸਿਰਾ HRET ਵਾਲੇ ਲਾਉਂਦੇ ਨੇ। ਇਹਨਾਂ ਨੇ ਕੀ ਕੀਤਾ, ਮੈਕਡੂਗਲ ਨੂੰ ਯਾਦ ਕਰ ਲਿਆ। ਇਹ ਕੀ ਕਹਿੰਦੇ ਨੇ, ਇਮੋਸ਼ਨ ਆਫ ਫੀਅਰ। ਫੀਅਰ ਦਾ ਇਮੋਸ਼ਨ ਹੈ ਜਿਹੜਾ, ਉਹ ਕਿਹੜੀ ਇੰਸਟਿੰਕਟ ਦੇ ਨਾਲ ਐਸੋਸੀਏਟ ਕਰਦਾ, ਠੀਕ ਹੈ। ਤਾਂ ਹੁਣ ਇਹ ਆਪਾਂ ਪੜ੍ਹ ਕੇ ਹਟੇ ਹਾਂ ਕੀ ਹੈ ਜਿਹੜਾ ਫੀਅਰ। ਫੀਅਰ ਨੂੰ ਆਪਾਂ ਨੇ ਕਿਹਦੇ ਨਾਲ ਐਸੋਸੀਏਟ ਕੀਤਾ ਸੀ, ਦੇਖੋ ਫੀਅਰ ਨੂੰ ਆਪਾਂ ਨੇ ਐਸੋਸੀਏਟ ਕੀਤਾ ਸੀ ਜੀ ਇਸਕੇਪ ਯਾਨੀ ਕਿ ਬਚਣਾ, ਇਹਦੇ ਨਾਲ ਆਪਾਂ ਨੇ ਐਸੋਸੀਏਟ ਕੀਤਾ ਸੀ। ਤਾਂ ਆਪਣੇ ਕੋਲ ਕਿਹੜਾ ਆਪਸ਼ਨ ਰਾਈਟ ਹੋਏਗਾ ਜੀ, 4th ਆਪਸ਼ਨ ਇਸਕੇਪ, ਠੀਕ ਹੈ। ਤਾਂ ਬਚਣਾ ਮਤਲਬ ਕਿ ਜਦੋਂ ਆਪਾਂ ਬਚਦੇ ਹਾਂ, ਆਪਾਂ ਕਿਸੇ ਚੀਜ਼ ਤੋਂ ਬਚਦੇ ਕਦੋਂ ਆ, ਮੰਨ ਕੇ ਚਲੋ ਆਪਾਂ ਭੱਜ ਲਏ, ਤਾਂ ਕਦੋਂ ਭੱਜਦੇ ਕਦੋਂ ਆਪਾਂ, ਜਦੋਂ ਆਪਾਂ ਨੂੰ ਡਰ ਹੋਵੇ। ਹੋ ਸਕਦਾ ਤੁਹਾਡੇ ਵਾਂਗਰ ਕੋਈ ਪੈ ਗਿਆ ਹਥਿਆਰ ਲੈ ਕੇ ਤਾਂ ਤੁਸੀਂ ਭੱਜਦੇ ਹੋ। ਫੋਰ ਐਗਜ਼ਾਮਪਲ ਤੁਹਾਡੇ ਕੋਲ ਕੁਝ ਤੁਸੀਂ ਸੜਕ 'ਤੇ ਖੜ੍ਹੇ ਸੀ, ਤੁਹਾਡੇ ਦਾ ਸਾਹਮਣੇ ਇੱਕਦਮ ਕੋਈ ਮਤਲਬ ਐਕਸੀਡੈਂਟਲੀ ਹੈ ਨਾ ਵੀ ਕਹਿ ਸਕਦੇ ਹਾਂ ਵੀ ਤੁਹਾਡੇ ਸਾਹਮਣੇ ਕੋਈ ਕਾਰ ਆ ਗਈ, ਗੱਡੀ ਆ ਗਈ, ਤਾਂ ਤੁਸੀਂ ਇੱਕਦਮ ਆਪਾਂ ਕੀ ਕਰਦੇ ਹਾਂ, ਭੱਜ ਕੇ ਪਰਾਂ ਹੁੰਦੇ ਹਾਂ, ਕਿਉਂਕਿ ਆਪਣੇ ਅੰਦਰ ਡਰ ਆ ਗਿਆ ਵੀ ਕਿਤੇ ਆਪਾਂ ਨੂੰ ਠੋਕ ਨਾ ਦੇਵੇ ਇਹ। ਤਾਂ ਉਹ ਚੀਜ਼ ਹੋ ਗਈ ਵੀ ਇਸਕੇਪ ਹੈ ਜਿਹੜਾ, ਉਹ ਕਾਹਦੇ ਨਾਲ ਐਸੋਸੀਏਟਡ ਹੈ ਜੀ, ਡਰ ਦੇ ਨਾਲ ਐਸੋਸੀਏਟਡ ਹੈਗੇ ਹੈ। ਤਾਂ HRET 2020 ਦੇ ਵਿੱਚ ਇਹ ਪੁੱਛਿਆ ਜਾ ਚੁੱਕੀ ਹੈ। ਲਓ ਜੀ, ਇਸ ਤੋਂ ਬਾਅਦ ਇੱਕ ਇੰਪੋਰਟੈਂਟ ਚੀਜ਼ ਜੋ ਆਪਾਂ ਅੱਜ ਡਿਸਕਸ ਕਰਨੀ ਹੈ, ਇਹ ਹੈ ਜੀ ਇਮੋਸ਼ਨਲ ਇੰਟੈਲੀਜੈਂਸ, ਯਾਨੀ ਕਿ ਭਾਵਨਾਤਮਕ ਜਾਂ ਕਹਿ ਲਓ ਸੰਵੇਗੀ ਬੁੱਧੀ। ਤਾਂ ਦੇਖੋ ਜੀ, ਗੱਲ ਸੁਣੋ, ਇਹਦੇ ਕਦੋਂ ਦਿੱਤਾ ਗਿਆ ਕਨਸੈਪਟ ਅਤੇ ਕਿਹਨੇ ਦਿੱਤਾ ਗਿਆ, ਇਹਦੇ ਬਾਰੇ ਕੁਐਸਚਨ ਬਣਦੇ ਪੂਰੇ ਚਾਂਸ ਹੁੰਦੇ ਨੇ। ਦੇਖੋ ਕਨਸੈਪਟ ਆਫ ਇਮੋਸ਼ਨਲ ਇੰਟੈਲੀਜੈਂਸ ਮਤਲਬ ਕਿ ਭਾਵਨਾਤਮਕ ਬੁੱਧੀ ਦਾ ਜਿਹੜਾ ਸੰਕਲਪ ਸੀ, ਉਹ ਕਦੋਂ ਦਿੱਤਾ ਗਿਆ ਅਤੇ ਕਿਸ ਨੇ ਦਿੱਤਾ ਗਿਆ। ਤਾਂ ਦੇਖੋ ਪੀਟਰ ਸਲੋਵੇ ਐਂਡ ਜੌਨ ਮੇਅਰ, ਇਹ ਦੋ ਜਣੇ ਸੀ, ਰਲ ਮਿਲ ਕੇ ਕੰਮ ਕਰਦੇ ਸੀ। ਇਹਨਾਂ ਦੋਨਾਂ ਨੇ ਇਮੋਸ਼ਨਲ ਇੰਟੈਲੀਜੈਂਸੀ ਦਾ ਕਨਸੈਪਟ ਦਿੱਤਾ ਸੀ, ਠੀਕ ਹੈ ਜੀ। ਕਦੋਂ ਦਿੱਤਾ ਸੀ, 1990 ਦੇ ਵਿੱਚ ਦਿੱਤਾ ਸੀ। ਇਹ ਚੀਜ਼ ਨੂੰ ਰੱਖਿਓ ਧਿਆਨ ਦੇ ਵਿੱਚ। ਪਰ ਇੱਕ ਨਾਲ ਗੱਲ ਕਰਨੀ ਹੋਰ ਵੀ ਬਣਦੀ ਹੈ, ਕਿਉਂਕਿ ਗੋਲਡਮੈਨ ਦਾ ਨਾਮ ਬਹੁਤ ਇੰਪੋਰਟੈਂਟ ਹੈ ਇਹਦੇ 'ਚ। ਬਹੁਤੇ ਗੋਲਡਮੈਨ ਵਾਲੀ ਆਪਸ਼ਨ ਦੇ ਨਾਲ ਚਲੇ ਜਾਂਦੇ ਨੇ, ਉਹ ਬਹੁਤ ਗਲਤ ਗੱਲ ਹੈ। ਦੇਖੋ ਜਿਹੜਾ ਡੈਨੀਅਲ ਗੋਲਡਮੈਨ ਸੀ, ਇਸ ਨੇ ਇਮੋਸ਼ਨਲ ਇੰਟੈਲੀਜੈਂਸ ਨੂੰ ਪ੍ਰਸਿੱਧੀ ਦਿੱਤੀ ਸੀ। ਗੱਲ ਤਾਂ ਕਰ ਗਏ, ਕਨਸੈਪਟ ਤਾਂ ਕੌਣ ਦੇ ਗਏ, ਮੇਅਰ ਹੋਰ, ਠੀਕ ਹੈ। ਮੇਅਰ ਸਲੋਵੇ, ਤਾਂ ਇਹਨਾਂ ਨੇ ਕੀ ਕਰਤਾ ਸੀ, ਪੀਟਰ ਹੋਰ ਨੇ ਕਨਸੈਪਟ ਤਾਂ ਦੇ ਤਾ ਸੀ 1990 ਦੇ ਵਿੱਚ ਹੀ, ਠੀਕ ਹੈ, EI ਦਾ। ਅਤੇ ਇਹ ਪ੍ਰਸਿੱਧੀ ਕਿਹਨੇ ਦਿੱਤੀ ਸੀ, ਡੈਨੀਅਲ ਗੋਲਡਮੈਨ ਨੇ। ਅਤੇ ਇੱਕ ਗੱਲ ਹੋਰ, ਜਿਹੜਾ ਮਤਲਬ IQ ਸੀ ਯਾਨੀ ਕਿ ਇੰਟੈਲੀਜੈਂਸ ਕੋਸ਼ੈਂਟ ਸੀ, ਉਸ ਦੀ ਗੱਲ ਤਾਂ ਬਿਨੇ ਹੋਰ ਕਰ ਗਏ। ਬਿਨੇ ਹੋਰ ਨੇ ਉਹਦੀ ਮਹੱਤਤਾ ਦੱਸਤੀ, ਟੈਸਟ ਬਣਾਤੇ, ਇਹ ਕਰਤਾ ਉਹ ਕਰਤਾ, ਕਹਿਤਾ ਵੀ ਬੱਚੇ ਦਾ IQ ਬਹੁਤ ਜ਼ਰੂਰੀ ਹੈ। ਪਰ ਉਸ ਤੋਂ ਬਾਅਦ ਜਿਹੜਾ ਡੈਨੀਅਲ ਗੋਲਡਮੈਨ ਹੈ, ਹਾਲੇ ਵੀ ਇਹ ਜਿਉਂਦਾ ਹੈ, YouTube ਦੇ ਉੱਤੇ ਚੈਨਲ ਹੈ ਇਹਦਾ, ਠੀਕ ਹੈ। ਦੇਖਿਓ ਤੁਸੀਂ, ਸਪੀਚ ਵਗੈਰਾ ਸੁਣ ਲਿਓ ਜੇ ਇਹ 'ਚ ਇੰਟਰਸਟ ਹੈਗੇ ਗੋਲਡਮੈਨ 'ਚ। ਤਾਂ ਦੇਖੋ, ਤਾਂ IQ ਨੂੰ ਤਾਂ ਸਾਰੇ ਮੰਨਦੇ ਸੀ। ਇਹ ਕੀ ਆਖਦਾ, ਕਹਿੰਦਾ IQ ਜਿੰਨੀ ਹੀ ਇੰਪੋਰਟੈਂਸ ਕਾਹਦੀ ਹੈ, ਇਮੋਸ਼ਨਲ ਇੰਟੈਲੀਜੈਂਸੀ ਦੀ ਹੈ। ਕਹਿੰਦਾ ਸਿਰਫ ਕਹਿੰਦਾ ਬੱਚੇ ਦੀ IQ 'ਤੇ ਜ਼ੋਰ ਨਾ ਦਿਓ, IQ 'ਤੇ ਧਿਆਨ ਨਾ ਦਿਓ, ਕਾਹਦੇ 'ਤੇ ਧਿਆਨ ਦਿਓ, ਉਹਦੀ ਇਮੋਸ਼ਨਲ ਇੰਟੈਲੀਜੈਂਸੀ ਦੇ ਉੱਤੇ ਵੀ ਧਿਆਨ ਦਿਓ। ਤਾਂ ਇਹਨੇ ਬਰਾਬਰ ਦੀ ਕਹਿ ਸਕਦੇ ਇਸ ਨੂੰ ਮਹੱਤਤਾ ਦਿੱਤੀ ਹੈ। ਪਰ ਬਹੁਤੀਆਂ ਥਾਵਾਂ 'ਤੇ ਤੁਹਾਨੂੰ ਸ਼ਾਇਦ ਇਹ ਵੀ ਲਿਖਿਆ ਮਿਲੇ ਵੀ ਇਹਨੇ IQ ਤੋਂ ਵੀ ਜ਼ਿਆਦਾ ਮਹੱਤਤਾ ਦਿੱਤੀ ਹੈ, ਠੀਕ ਹੈ। IQ ਤੋਂ ਵੀ ਜ਼ਿਆਦਾ ਮਹੱਤਤਾ ਇਸ ਨੇ ਦਿੱਤੀ ਹੈ, ਇਹ ਗੱਲ ਵੀ ਤੁਹਾਨੂੰ ਮਿਲੇਗੀ ਬਹੁਤੀਆਂ ਥਾਵਾਂ 'ਤੇ ਲਿਖੀ ਹੋਈ ਗੋਲਡਮੈਨ ਨੇ। ਪਰ ਤੁਸੀਂ ਇਹ ਚੀਜ਼ ਨਾਲ ਜਾ ਸਕਦੇ ਹੋ ਵੀ ਇਸ ਨੇ IQ ਦੇ ਬਰਾਬਰ ਦੀ ਮਹੱਤਤਾ ਦਿੱਤੀ, ਵੀ ਜਿੰਨੀ ਮਹੱਤਤਾ IQ ਨੂੰ ਦਿੱਤੀ ਜਾਂਦੀ ਸੀ, ਓਨੀ ਮਹੱਤਤਾ ਇਸ ਨੇ ਕਾਹਨੂੰ ਕਿਸ ਚੀਜ਼ ਨੂੰ ਦਵਾਈ ਹੈ,
ਇਮੋਸ਼ਨਲ ਇੰਟੈਲੀਜੈਂਸੀ ਨੂੰ ਦਵਾਈ ਹੈ। ਅਤੇ ਇਹਨੇ ਇੱਕ ਬੁੱਕ ਲਿਖੀ ਹੈ ਆਪਣੀ, ਇਸ ਬੁੱਕ ਦਾ ਨਾਂ ਹੈ ਜੀ ਗੋਲਮੈਨ ਨੇ ਜੋ ਲਿਖੀ ਹੈ ਇਮੋਸ਼ਨਲ ਇੰਟੈਲੀਜੈਂਸ। ਅਤੇ ਇਹਦੇ ਟਾਈਟਲ 'ਤੇ ਵੀ ਇਹਨੇ ਸਪੈਸ਼ਲ ਇਹ ਗੱਲ ਲਿਖੀ ਹੈ, ਕਹਿੰਦਾ ਵੀ IQ ਹੀ ਮੈਟਰ ਕਿਉਂ ਬਣਾਇਆ ਆਪਾਂ ਨੇ, ਹੈ ਨਾ, ਵੀ ਕਹਿੰਦਾ IQ ਨੂੰ ਮੈਟਰ ਬਣਾ ਰੱਖਿਆ। ਕਹਿੰਦਾ ਵੀ ਇਹ ਜਿਹੜੀ EI ਹੈ ਯਾਨੀ ਕਿ ਇਮੋਸ਼ਨਲ ਇੰਟੈਲੀਜੈਂਸੀ ਹੈ, ਕਹਿੰਦਾ ਇਹ ਵੀ ਤਾਂ ਇੰਪੋਰਟੈਂਟ ਹੈ। ਮਤਲਬ ਇਹ ਚੀਜ਼ ਦੀ ਗੱਲ ਇਹ ਕਰਦਾ ਹੈ। ਇਮੋਸ਼ਨਲ ਇੰਟੈਲੀਜੈਂਸ ਬੁੱਕ ਦਾ ਨਾਂ ਹੈ, ਠੀਕ ਹੈ, ਡੈਨੀਅਲ ਗੋਲਮੈਨ ਦੀ ਬੁੱਕ ਹੈ। ਕਨਸੈਪਟ ਦਿੱਤਾ ਸੀ ਪੀਟਰ ਅਤੇ ਜੋਨ ਨੇ, ਠੀਕ ਹੈ, ਇਹਨੂੰ ਧਿਆਨ ਦੇ 'ਚ ਰੱਖਿਓ। ਤਾਂ ਇਹਨਾਂ ਦੇ ਨਾਮ ਤੋਂ ਹੀ ਕੁਐਸਚਨ ਬਣ ਗਿਆ PS ਟੈਟ ਮਾਰਚ 2023 ਦੇ ਵਿੱਚ। ਤਾਂ ਦੇਖੋ ਇਨ ਡੈਸ਼ ਮਤਲਬ ਸਾਲ ਦੱਸਣਾ ਹੈ। ਦ ਕਨਸੈਪਟ ਆਫ ਇਮੋਸ਼ਨਲ ਇੰਟੈਲੀਜੈਂਸੀ ਵਾਜ਼ ਆਫੀਸ਼ੀਅਲੀ ਕੋਇਨਡ ਬਾਏ ਡੈਸ਼। ਦੇਖੋ ਪੰਜਾਬੀ ਦੀ ਟਰਾਂਸਲੇਸ਼ਨ ਦੇਖੋ, ਕਹਿਣ ਨੂੰ ਵੀ ਨਹੀਂ ਕੁਛ, ਮਤਲਬ ਛੱਡ ਦੇ ਪੰਜਾਬ ਵਾਲੇ, ਪੰਜਾਬੀ ਦੀ ਲਾਈਨ ਪੜ੍ਹ ਕੇ ਦੇਖ ਲਓ ਤੁਸੀਂ ਟਰਾਂਸਲੇਸ਼ਨ ਦੀ ਕੀ ਰੰਦ ਕੱਟੀ ਇਹਨਾਂ ਨੇ, ਠੀਕ ਹੈ। ਤਾਂ ਇੰਗਲਿਸ਼ ਵਾਲੀ ਚਲੋ ਆਪਾਂ ਪੜ੍ਹ ਲਈ। ਅਤੇ ਇਹਦੇ ਵਿੱਚ ਕਾਹਦੀ ਗੱਲ ਕਰ ਰਹੇ ਨੇ, ਇਹ ਗੱਲ ਕਰ ਰਹੇ ਨੇ ਕਹਿੰਦੇ ਜਿਹੜਾ ਇਮੋਸ਼ਨਲ ਇੰਟੈਲੀਜੈਂਸੀ ਦਾ ਕਨਸੈਪਟ ਕਿਹਨੇ ਦਿੱਤਾ ਸੀ ਆਫੀਸ਼ੀਅਲੀ, ਤਾਂ ਇਹ ਦਿੱਤਾ ਸੀ ਜੀ, ਦੇਖੋ ਹੁਣ ਤੁਸੀਂ ਆਪੇ ਲੱਭ ਲਓਗੇ, ਸਲੋਵੇ ਐਂਡ ਮੇਅਰ ਨੇ। ਕਦੋਂ ਦਿੱਤਾ ਸੀ? 1990 ਦੇ ਵਿੱਚ। ਹੁਣ ਇੱਕ ਗੱਲ ਹੋਰ, ਜਦੋਂ ਤੁਹਾਨੂੰ ਇਹ ਚੀਜ਼ ਪਤਾ ਹੈ ਨਾ ਵੀ 1990 'ਚ ਦਿੱਤਾ ਸੀ, ਤੁਸੀਂ ਆਪਸ਼ਨ ਨੂੰ ਪਤਾ ਕਿਵੇਂ ਕੱਟੋਗੇ? 1995 ਵਾਲੀ ਤਾਂ ਆਪਸ਼ਨ ਹੋ ਹੀ ਨਹੀਂ ਸਕਦੀ, 1992 ਵਾਲੀ ਤਾਂ ਆਪਸ਼ਨ ਹੋ ਹੀ ਨਹੀਂ ਸਕਦੀ, 2 ਆਪਸ਼ਨਾਂ ਰਹਿ ਗਈਆਂ। ਇਸ ਤੋਂ ਬਾਅਦ ਤੁਸੀਂ ਕਹਿ ਦੋਗੇ ਇਹ ਕੌਣ ਹੈ? ਗ੍ਰਿਫਨ। ਛੱਡੋ ਪਰਾਂ, ਮੇਅਰ ਤਾਂ ਹੈਗਾ ਸੀ। ਤਾਂ ਮੇਅਰ ਦੇ ਨਾਲ ਕੌਣ ਸੀ? ਸਲੋਵੀ, ਠੀਕ ਹੈ, ਸੈਲੋਵੀ, ਕੁਛ ਵੀ ਕਹਿ ਲਓ, ਤਾਂ ਜੋ ਤੁਹਾਨੂੰ ਸਹੀ ਲੱਗਦਾ ਹੈ, ਠੀਕ ਹੈ। ਤਾਂ ਦੇਖੋ ਇਹਨੇ 1990 'ਚ ਦਿੱਤਾ, ਤਾਂ ਇਸ ਤਰੀਕੇ ਨਾਲ ਨਾਮ ਯਾਦ ਹੋ ਗਿਆ ਅਤੇ ਆਪਣਾ ਇੱਕ ਨੰਬਰ ਬਣ ਗਿਆ, ਠੀਕ ਹੈ ਜੀ। ਇਸ ਤਰੀਕੇ ਨਾਲ ਇਹਨਾਂ ਨੇ ਇਹ ਕੁਐਸਚਨ ਪੁੱਛਿਆ ਸੀ ਅਤੇ ਤੁਸੀਂ ਇਸ ਦਾ ਆਨਸਰ ਦੇ ਦਿੱਤਾ ਹੈ, ਕਿਉਂਕਿ ਤੁਸੀਂ ਹੁਣ ਕਨਸੈਪਟ ਜੋ ਸਮਝ ਲਿਆ, ਠੀਕ ਹੈ। ਇਸ ਚੀਜ਼ ਨੂੰ ਦੁਬਾਰਾ ਨੋਟ ਕਰ ਲਓ, ਇੰਪੋਰਟੈਂਟ ਚੀਜ਼ ਹੈ ਇਹ ਪੂਰੀ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਇਸ ਦੇ ਮੀਨਿੰਗ ਨੂੰ, ਆਪਾਂ ਕੁਝ ਆਮ ਭਾਸ਼ਾ 'ਚ ਸਮਝਦੇ ਹਾਂ ਹੁਣ, ਠੀਕ ਹੈ, ਵੀ ਜਿਹੜੀ ਇਮੋਸ਼ਨਲ ਇੰਟੈਲੀਜੈਂਸੀ ਇਸ ਦਾ ਮੀਨਿੰਗ ਕੀ ਹੈ ਆਮ ਭਾਸ਼ਾ ਦੇ ਵਿੱਚ? ਐਬਿਲਿਟੀ ਟੂ ਮੋਨੀਟਰ ਆਵਰ ਥੋਟਸ, ਜਿਹੜੇ ਆਪਣੇ ਥੋਟਸ ਨੇ ਉਹਨਾਂ ਨੂੰ ਆਪਾਂ ਮੋਨੀਟਰ ਕਰਨਾ, ਇਹ ਇੱਕ ਇਸ ਜਿਹੀ ਯੋਗਤਾ ਹੈ। ਐਬਿਲਿਟੀ ਟੂ ਅੰਡਰਸਟੈਂਡ ਐਂਡ ਮੈਨੇਜ ਯੂਅਰ ਓਨ ਇਮੋਸ਼ਨਸ, ਆਪਣੇ ਇਮੋਸ਼ਨਸ ਨੂੰ ਆਪਾਂ ਨੇ ਕੀ ਕਰਨਾ? ਮੈਨੇਜ ਕਰਨਾ, ਸਮਝਣਾ। ਐਂਡ ਦੋਜ਼ ਆਫ ਪੀਪਲ ਅਰਾਊਂਡ ਯੂ, ਜੋ ਆਪਣੇ ਆਲੇ ਦੁਆਲੇ ਲੋਕ ਨੇ ਅਤੇ ਆਪਣਾ ਖੁਦ ਦੇ ਇਮੋਸ਼ਨਸ ਨੂੰ ਮੈਨੇਜ ਕਰਨਾ ਅਤੇ ਅੰਡਰਸਟੈਂਡ ਕਰਨਾ ਕੀ ਹੈ? ਇਮੋਸ਼ਨਲ ਇੰਟੈਲੀਜੈਂਸੀ ਹੈ। ਅਤੇ ਇਮੋਸ਼ਨਲ ਇੰਟੈਲੀਜੈਂਸੀ ਨੂੰ ਪਾਰਟ ਕਿਹਾ ਸੋਸ਼ਲ ਇੰਟੈਲੀਜੈਂਸੀ ਦਾ, ਇਹ ਚੀਜ਼ ਨੂੰ ਧਿਆਨ ਦੇ 'ਚ ਰੱਖਿਓ। ਨੀਡ ਟੂ ਬੈਲੈਂਸ ਬਿਟਵੀਨ ਇਮੋਸ਼ਨ ਐਂਡ ਇੰਟੈਲੀਜੈਂਸ, ਇੰਟੈਲੀਜੈਂਸ ਅਤੇ ਇਮੋਸ਼ਨ ਦੋਨਾਂ ਦੇ ਵਿੱਚ ਬੈਲੈਂਸ ਬਣਨਾ ਜ਼ਰੂਰੀ ਹੈ। ਤੁਹਾਨੂੰ ਮੈਂ ਇੱਕ ਇੱਥੇ ਹੋਰ ਐਗਜ਼ਾਮਪਲ ਦੇਣੀ ਚਾਹਾਂਗਾ। ਦੇਖੋ ਜੀ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਇਮੋਸ਼ਨ ਨੇ ਜਿਹੜੇ ਉਹ ਉੱਪਰ ਵੱਲ ਜਾ ਰਹੇ ਹੁੰਦੇ ਨੇ। ਹੋ ਸਕਦਾ ਜਿਵੇਂ ਐਂਗਰ, ਇੱਕ ਇਮੋਸ਼ਨ ਐਂਗਰ ਹੋ ਸਕਦਾ ਇਹ ਉੱਪਰ ਵੱਲ ਨੂੰ ਜਾ ਰਿਹਾ, ਪੂਰਾ ਪੀਕ 'ਤੇ ਜਾ ਰਿਹਾ, ਗੁੱਸਾ ਆ ਰਿਹਾ ਆਪਾਂ ਨੂੰ। ਤਾਂ ਉਸ ਸਮੇਂ ਆਪਣੀ ਜਿਹੜੀ ਇੰਟੈਲੀਜੈਂਸੀ ਹੈ ਉਹ ਪਤਾ ਕੀ ਹੋ ਜਾਂਦੀ ਹੈ? ਡਾਊਨ, ਨੀਚੇ ਚਲੀ ਜਾਂਦੀ ਹੈ। ਫੋਰ ਐਗਜ਼ਾਮਪਲ ਤੁਹਾਨੂੰ ਗੁੱਸਾ ਆ ਰਿਹਾ ਕਿਸੇ 'ਤੇ, ਹੋ ਸਕਦਾ ਉਹ ਗੁੱਸੇ ਦੇ ਵਿੱਚ ਤੁਸੀਂ ਉਸ ਦੇ ਕੁਛ ਚੱਕ ਕੇ ਮਾਰੋ, ਤੁਹਾਡੀ ਉੱਥੇ ਬੁੱਧੀ ਨੇ ਕੋਈ ਨਹੀਂ ਕੰਮ ਦਿੱਤਾ ਤੁਹਾਨੂੰ ਵੀ ਇਹਦੇ 'ਤੇ ਸੱਟ ਵੀ ਲੱਗੂਗੀ, ਇਹਦਾ ਨੁਕਸਾਨ ਵੀ ਹੋਊਗਾ, ਬਾਅਦ 'ਚ ਮੇਰਾ ਨੁਕਸਾਨ ਵੀ ਹੋਊਗਾ। ਬੁੱਧੀ ਨੇ ਤੁਹਾਡਾ ਉੱਥੇ ਸਾਥ ਹੀ ਛੱਡਤਾ। ਤੁਹਾਨੂੰ ਜਦੋਂ ਐਂਗਰ ਗੁੱਸਾ ਆਇਆ ਸੀ ਤਾਂ ਤੁਹਾਡੀ ਇੰਟੈਲੀਜੈਂਸ ਸੀ ਜਿਹੜੀ ਉਹ ਲੋਅ ਚਲੀ ਗਈ ਸੀ, ਠੀਕ ਹੈ। ਇਸੇ ਤਰ੍ਹਾਂ ਪਿਆਰ ਦੇ ਵਿੱਚ ਹੋ ਸਕਦਾ ਵੀ ਤੁਸੀਂ ਕਿਸੇ 'ਤੇ ਇਮੋਸ਼ਨਲੀ ਬਾਹਲੀ ਫਿਦਾ ਹੋ ਰਹੇ ਹੋ, ਹੈ ਨਾ, ਪਿਆਰ ਹੈ, ਤੁਸੀਂ ਚਾਹੁੰਦੇ ਹੋ ਵੀ ਛੱਡ, ਵੀ ਜਿਵੇਂ ਉਹਨੂੰ ਕਹਿੰਦੇ ਨੇ ਵੀ ਹੋ ਸਕਦਾ ਤੁਸੀਂ ਕਹਿੰਦੇ ਵੀ ਦਿਲ ਖੋਲ੍ਹ ਕੇ ਤੁਸੀਂ ਕਿਸੇ ਨੂੰ ਦਾਨ ਨਹੀਂ ਦੇ ਦਿਓ, ਹੈ ਨਾ, ਵੀ ਤੁਸੀਂ ਕਹਿ ਦਿਓ ਵੀ ਇਹ ਚੱਕ ਤੈਨੂੰ ਦਿੱਤਾ, ਵੀ ਤੁਸੀਂ ਖੁਸ਼ੀ 'ਚ, ਮਤਲਬ ਖੁਸ਼ੀ 'ਚ, ਗਮੀ 'ਚ, ਦੁੱਖ 'ਚ ਕਈ ਵਾਰ ਆਪਾਂ ਇੰਨੇ ਇਮੋਸ਼ਨਲੀ ਕਹਿ ਸਕਦੇ ਕਮਜ਼ੋਰ ਹੋ ਜਾਂਦੇ ਹਾਂ ਵੀ ਆਪਣੀ ਇੰਟੈਲੀਜੈਂਸ ਜਿਹੜੀ ਉਹ ਨੀਚੇ ਚਲੀ ਜਾਂਦੀ ਹੈ। ਪਰ ਲੋੜ ਕੀ ਹੈ ਆਪਾਂ ਨੂੰ? ਵੀ ਇਹਨਾਂ 'ਚ ਬੈਲੈਂਸ ਬਣਿਆ ਰਹੇ। ਤਾਂ ਬੈਲੈਂਸ ਦੀ ਇਹਦੇ ਵਿੱਚ ਕੀ ਆਪਾਂ ਨੂੰ ਲੋੜ ਹੈ, ਠੀਕ ਹੈ, ਬੈਲੈਂਸ ਬਣਾਉਣ ਦੀ, ਠੀਕ ਹੈ। ਇਹ ਚੀਜ਼ ਨੂੰ ਰੱਖਿਓ ਧਿਆਨ ਦੇ ਵਿੱਚ। ਅਤੇ ਇੱਕ ਗੱਲ ਹੋਰ, ਇੱਕ ਤੁਸੀਂ ਮੰਨ ਕੇ ਚੱਲੋ ਕੋਈ ਵਿਅਕਤੀ ਹੈ, ਇੰਟੈਲੀਜੈਂਸੀ ਦਾ ਮਤਲਬ ਆਪਾਂ ਇੱਕ ਮਤਲਬ ਬੁੱਧੀਮਾਨ ਕਹਿ ਸਕਦੇ ਹਾਂ ਨਾ, ਇੰਟੈਲੀਜੈਂਟ ਕਹਿੰਦੇ ਆਪਾਂ ਫਲਾਣ ਦਾ ਬਹੁਤ ਇੰਟੈਲੀਜੈਂਟ ਹੈ, ਮਤਲਬ ਕਿ ਬੁੱਧੀਮਾਨ ਹੈ। ਉਸ ਦੀ ਬੁੱਧੀ ਨੂੰ ਤੁਸੀਂ ਕੀ ਕਰੋਗੇ ਜੇ ਉਸ ਨੂੰ ਇਮੋਸ਼ਨ ਨਹੀਂ ਕੰਟਰੋਲ 'ਚ ਕਰਨੇ ਆਏ? ਕੋਈ ਬਾਹਲੀ ਸਿਆਣਾ ਵਿਅਕਤੀ ਹੈ, ਪੂਰਾ ਸਿਆਣਾ ਹੈ, ਹੋ ਸਕਦਾ ਉਹਦੇ ਵਿੱਚ ਆਪਦੇ ਗੁੱਸੇ 'ਤੇ ਕੰਟਰੋਲ ਨਾ ਹੋਵੇ, ਗੁੱਸੇ 'ਚ ਸਾਰੇ ਨੁਕਸਾਨ ਕਰਾ ਲਈ, ਆਪਦਾ ਨੁਕਸਾਨ ਕਰਾ ਲਈ, ਕੀ ਪਤਾ ਕਿਸੇ ਦਾ ਨੁਕਸਾਨ ਕਰਦੇ। ਤਾਂ ਇਸ ਕਰਕੇ ਇਮੋਸ਼ਨ ਨੇ ਨਾ ਜਿਹੜੇ ਉਹਨਾਂ ਨੂੰ ਕੰਟਰੋਲ ਕਰਨਾ ਬੈਸਟ ਚੀਜ਼ ਹੈ। ਇਸ ਕਰਕੇ ਇਮੋਸ਼ਨਲ ਇੰਟੈਲੀਜੈਂਸੀ ਦਾ ਮੀਨਿੰਗ ਕੀ ਹੈ? ਵੀ ਇਹਨਾਂ ਨੂੰ ਬੈਲੈਂਸ ਬਣਾ ਕੇ ਇਹਨਾਂ ਦਾ ਰੱਖਣਾ। ਜਿਵੇਂ ਕੀ ਨਹੀਂ ਕਰਦੇ, ਕਹਿੰਦੇ ਗੁੱਸਾ ਅਕਲ ਨੂੰ ਖਾ ਜਾਂਦਾ, ਮਤਲਬ ਉਹ ਇੱਕ ਆਮ ਆਪਣੀ ਪੰਜਾਬੀ 'ਚ ਇੱਕ ਕਹਾਵਤ ਵੀ ਗੁੱਸਾ ਅਕਲ ਨੂੰ ਖਾ ਜਾਂਦਾ। ਤਾਂ ਉਹੀ ਤਾਂ ਗੱਲ ਹੈ ਵੀ ਜੇਕਰ ਗੁੱਸਾ ਕੀ ਹੈ? ਇਮੋਸ਼ਨ ਹੈ, ਇਸ ਨੂੰ ਕੰਟਰੋਲ ਨਾ ਕੀਤਾ ਤਾਂ ਇਹ ਅਕਲ ਨੂੰ ਖਾ ਜੂਗਾ। ਤਾਂ ਸਿੰਪਲ ਜੀ ਗੱਲ ਹੈ, ਇਹ ਇਸ ਦਾ ਮੀਨਿੰਗ ਸੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਪੀਟਰ ਸਲੋਵੇ ਐਂਡ ਮੇਅਰ, ਇਹਨਾਂ ਦੋਨਾਂ ਨੇ ਇੱਕ ਐਬਿਲਿਟੀ ਮਾਡਲ ਦਿੱਤਾ ਸੀ। ਐਬਿਲਿਟੀ ਮਾਡਲ ਦੇ ਅਕੋਰਡਿੰਗ ਇਹਨਾਂ ਨੇ ਕਹਿ ਸਕਦੇ ਇੱਕ ਡੈਫੀਨੇਸ਼ਨ ਦਿੱਤੀ ਸੀ ਇਮੋਸ਼ਨਲ ਇੰਟੈਲੀਜੈਂਸ ਦੀ। ਤਾਂ ਇਹ ਕੀ ਸੀ? ਐਬਿਲਿਟੀ ਟੂ ਮੋਨੀਟਰ
ਵਨਸ ਓਨ ਐਂਡ ਅਦਰ ਫੀਲਿੰਗਸ, ਆਪਣੀਆਂ ਭਾਵਨਾਵਾਂ ਨੂੰ ਕੀ ਕਰਨਾ ਆਪਾਂ ਨੇ ਮੋਨੀਟਰ ਕਰਨਾ ਹੈ। ਟੂ ਡਿਸਕ੍ਰਿਮੀਨੇਟ ਅਮੋਂਗ ਦੈਮ, ਯੂਜ਼ ਦਾ ਇਨਫੋਰਮੇਸ਼ਨ ਟੂ ਗਾਈਡ ਵਨਸ ਥਿੰਕਿੰਗ ਐਂਡ ਐਕਸ਼ਨਸ। ਤਾਂ ਇਹਨੂੰ ਮੋਨੀਟਰ ਕਰਨ ਦੇ ਲਈ, ਠੀਕ ਹੈ, ਇਸ ਨੂੰ ਡਿਸਕ੍ਰਿਮੀਨੇਟ ਕਰਨ ਦੇ ਲਈ ਆਪਾਂ ਨੇ ਕੀ ਕਰਨਾ, ਜਿਹੜੀਆਂ ਇਨਫੋਰਮੇਸ਼ਨਸ ਨੇ ਹੈ ਨਾ, ਮਤਲਬ ਆਪਣੀ ਥਿੰਕਿੰਗ ਨੂੰ, ਆਪਣੇ ਐਕਸ਼ਨਸ ਨੂੰ, ਇਹਨਾਂ ਸਾਰਿਆਂ ਤੋਂ ਜੋ ਆਪਾਂ ਨੂੰ ਇਨਫੋਰਮੇਸ਼ਨਸ ਮਿਲਦੀਆਂ ਨੇ ਉਹਨਾਂ ਨੂੰ ਆਪਾਂ ਕੀ ਕਰਨਾ ਹੈ, ਉਹਦੇ ਅਕੋਰਡਿੰਗ ਮੋਨੀਟਰ ਕਰਨਾ। ਇਹ ਇੱਕ ਇਹਦੀ ਸਿੰਪਲ ਜੀ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ। ਨੈਕਸਟ ਹੈ ਜੀ, ਇਹ ਸੀ ਜੋ ਮਤਲਬ ਕਿ ਪੀਟਰ ਅਤੇ ਮੇਅਰ, ਠੀਕ ਹੈ, ਇਹਨਾਂ ਦੋਨਾਂ ਨੇ ਕੀ ਕੀਤੀ ਸੀ, ਜੋ ਮਾਡਲ ਦਿੱਤਾ ਸੀ ਐਬਿਲਿਟੀ ਮਾਡਲ, ਇਹਦੀਆਂ ਅੱਗੇ ਬ੍ਰਾਂਚਿਸ ਦੱਸੀਆਂ ਸੀ। ਬ੍ਰਾਂਚਿਸ ਕਹਿ ਲਓ, ਸਟੈਪਸ ਕਹਿ ਲਓ, ਲੈਵਲਸ ਕਹਿ ਲਓ, ਕੁਛ ਵੀ ਕਹਿ ਲਓ, ਠੀਕ ਹੈ, ਮਤਲਬ ਕੀਵਰਡ ਨੇ ਅਲੱਗ-ਅਲੱਗ। ਇਹਨਾਂ ਨੇ ਕੀ ਕੀਤਾ ਸੀ, ਇਸ ਨੂੰ 4 ਭਾਗਾਂ ਦੇ ਵਿੱਚ ਵੰਡਿਆ ਸੀ। ਨੰਬਰ 1 ਇਹ ਮੰਨਦੇ ਸੀ ਪਰਸੈਪਸ਼ਨ, ਪਰਸੀਵਿੰਗ ਐਂਡ ਐਕਸਪ੍ਰੈਸ਼ਨ ਆਫ ਇਮੋਸ਼ਨ। ਇੱਕ ਤਾਂ ਇਹਨਾਂ ਨੇ ਇਹ ਚੀਜ਼ ਮੰਨੀ ਸੀ, ਮਤਲਬ ਕਿ ਜਿਹੜੇ ਆਪਣੀਆਂ ਕਹਿ ਸਕਦੇ ਹਾਂ ਇਮੋਸ਼ਨਸ ਨਹੀਂ ਹੈ ਨਾ, ਉਹਨਾਂ ਨੂੰ ਐਕਸਪ੍ਰੈਸ ਕਰਨਾ ਵੀ ਆਪਾਂ ਨੇ ਸਿੱਖਣਾ ਹੈ, ਵੀ ਐਕਸਪ੍ਰੈਸ ਕਿਵੇਂ ਕੀਤਾ ਜਾਵੇ, ਉਹਨਾਂ ਦੀਆਂ ਪਰਸੈਪਸ਼ਨਸ ਨੂੰ ਦੇਖਣਾ, ਪਰਸੀਵਿੰਗ ਕਰਨਾ। ਤਾਂ ਇਹ ਸਟੈਪ ਨੂੰ ਇਹਨਾਂ ਨੇ ਮੰਨੇ ਹੈ, ਠੀਕ ਹੈ। ਮਤਲਬ ਕਿ ਇਮੋਸ਼ਨ ਦੀਆਂ ਕਈ ਵਾਰ ਕਰੈਕਟਰਿਸਟਿਕ ਵੀ ਕਹਿ ਦਿੰਦੇ ਨੇ ਵੀ ਇਹਨਾਂ ਪੀਟਰ ਐਂਡ ਮੇਅਰ ਦੇ ਅਕੋਰਡਿੰਗ, ਹੈ ਨਾ, ਪੀਟਰ ਸਲੋਵੇ ਅਤੇ ਮੇਅਰ ਦੇ ਅਕੋਰਡਿੰਗ ਵੀ ਕੀ ਕਰੈਕਟਰਿਸਟਿਕ ਬਣਦੀ ਹੈ। ਤਾਂ ਪਰਸੀਵਿੰਗ, ਪਰਸੈਪਸ਼ਨ, ਐਕਸਪ੍ਰੈਸ਼ਨ, ਇਹ ਕੀ ਹੈ, ਇਹਦੀ ਕਰੈਕਟਰਿਸਟਿਕ ਹੈਗੀ ਹੈ, ਠੀਕ ਹੈ ਜੀ। ਸੈਕਿੰਡ ਕੀ ਹੈ, ਯੂਜ਼ ਆਫ ਇਮੋਸ਼ਨ ਟੂ ਫੈਸਿਲੀਟੇਟ ਥਿੰਕਿੰਗ ਜਾਂ ਕੋਗਨੀਸ਼ਨ, ਮਤਲਬ ਕਿ ਆਪਣਾ ਜਿਹੜਾ ਕੋਗਨੀਸ਼ਨ ਹੈ, ਥਿੰਕਿੰਗ ਹੈ, ਤਾਂ ਇਹਨਾਂ ਨੂੰ ਫੈਸਿਲੀਟੇਟ ਕਰਨ ਲਈ ਆਪਾਂ ਨੇ ਕੀ ਕਰਨਾ, ਇਮੋਸ਼ਨਸ ਨੂੰ ਯੂਜ਼ ਕਰਨਾ। ਤਾਂ ਹੁਣ ਗੱਲ ਕਾਹਦੀ ਆ ਗਈ, ਪਰਸੀਵਿੰਗ ਦੀ ਆ ਗਈ, ਯੂਜ਼ ਕਰਨ ਦੀ ਆ ਗਈ। ਯੂਜ਼ ਆਫ ਇਮੋਸ਼ਨ ਮਤਲਬ ਇਹ ਕਰੈਕਟਰਿਸਟਿਕ ਇਹਨਾਂ ਨੇ ਦਿੱਤੀ ਹੈ। ਇਸ ਤੋਂ ਕਾਹਦੇ ਲਈ ਯੂਜ਼ ਕਰਨਾ ਹੈ, ਥਿੰਕਿੰਗ ਨੂੰ, ਕੋਗਨੀਸ਼ਨ ਨੂੰ ਫੈਸਿਲੀਟੇਟ ਕਰਨ ਦੇ ਲਈ, ਮਤਲਬ ਕਿ ਆਪਣਾ ਗਿਆਨ ਉਸ ਨੂੰ ਵਧਾਉਣ ਦੇ ਲਈ, ਵਧੀਆ ਲੈਵਲ 'ਤੇ ਲਿਜਾਣ ਲਈ, ਥਿੰਕਿੰਗ ਨੂੰ ਵਧੀਆ ਲੈਵਲ 'ਤੇ ਲਿਜਾਣ ਲਈ ਆਪਾਂ ਨੇ ਇਮੋਸ਼ਨਸ ਨੂੰ ਕੀ ਕਰਨਾ ਜੀ, ਯੂਜ਼ ਕਰਨਾ ਹੈ, ਠੀਕ ਹੈ। ਨੈਕਸਟ ਗੱਲ ਹੈ ਜੀ, ਅੰਡਰਸਟੈਂਡਿੰਗ ਆਫ ਇਮੋਸ਼ਨ, ਜਿਹੜੇ ਇਮੋਸ਼ਨਸ ਨੇ ਇਹਨਾਂ ਨੂੰ ਆਪਾਂ ਨੇ ਸਮਝਣਾ ਹੈ, ਅੰਡਰਸਟੈਂਡ ਕਰਨਾ ਹੈ, ਠੀਕ ਹੈ। ਤਾਂ ਦੇਖੋ, ਅੰਡਰਸਟੈਂਡ ਦਾ ਕੰਪਲੈਕਸ ਇਮੋਸ਼ਨ ਇਨਫੋਰਮੇਸ਼ਨ ਐਂਡ ਲਿੰਕਡ ਟੂ ਰਿਲੇਸ਼ਨਸ਼ਿਪ, ਮਤਲਬ ਕਿ ਰਿਲੇਸ਼ਨਸ਼ਿਪ ਨਾਲ ਰਿਲੇਟਡ ਉਹਨਾਂ ਨੂੰ ਲਿੰਕ ਕਰਨਾ ਵੀ ਅੱਛਾ ਇੱਦਾਂ ਰਿਲੇਸ਼ਨ ਬਣਿਆ ਰਹੇਗਾ। ਅਤੇ ਜਿਹੜੀਆਂ ਕੰਪਲੈਕਸ ਕੋਈ ਇਨਫੋਰਮੇਸ਼ਨਸ ਨੇ ਉਹਨਾਂ ਨੂੰ ਕੀ ਕਰਨਾ ਆਪਾਂ ਨੇ ਸਾਰੀਆਂ ਨੂੰ ਸਮਝਣਾ ਹੈ। ਤਾਂ ਨੰਬਰ 1 ਗੱਲ ਸੀ ਇਹਨਾਂ ਨੇ ਪਰਸੀਵਿੰਗ ਦੀ, ਯੂਜ਼ ਦੀ ਅਤੇ ਅੰਡਰਸਟੈਂਡਿੰਗ ਦੀ। ਇਸ ਤੋਂ ਬਾਅਦ 4th ਗੱਲ ਆ ਗਈ ਮੈਨੇਜਮੈਂਟ ਆਫ ਇਮੋਸ਼ਨ, ਇਮੋਸ਼ਨਸ ਨੂੰ ਕੀ ਕਰਨਾ, ਮੈਨੇਜ ਕਰਨਾ ਹੈ, ਇਹਨਾਂ ਦਾ ਇੱਕ ਸਹੀ ਪ੍ਰਬੰਧਨ ਕਰਨਾ ਹੈ, ਠੀਕ ਹੈ। ਕਹਿਣ ਦਾ ਭਾਵ ਕੀ ਹੈ, ਵਨ ਸੈਲਫ ਐਂਡ ਅਦਰ ਮੈਨੇਜ ਇਮੋਸ਼ਨ ਫਾਰ ਇੰਟਲੈਕਚੁਅਲ ਐਂਡ ਪਰਸਨਲ ਗਰੋਥ, ਮਤਲਬ ਕਿ ਆਪਣੀ ਬੁੱਧੀ ਹੈ ਨਾ, ਮਤਲਬ ਕਿ ਅਧਿਆਤਮਿਕ ਪੱਧਰ 'ਤੇ ਅਤੇ ਨਿੱਜੀ ਪੱਧਰ ਦੇ ਉੱਤੇ ਨੇ ਜੇਕਰ ਗਰੋਥ ਕਰਨੀ ਹੈ ਤਾਂ ਉਸ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ, ਇਮੋਸ਼ਨਸ ਨੂੰ ਕੀ ਕਰਨਾ ਪਊਗਾ ਜੀ, ਮੈਨੇਜ ਕਰਨਾ ਪਵੇਗਾ। ਤਾਂ ਕੁੱਲ ਮਿਲਾ ਕੇ ਤਾਂ ਇੱਕ ਥਿਓਰਟੀਕਲ ਦੀ ਗੱਲ ਹੋ ਗਈ। ਤਾਂ ਸਿੰਪਲ ਸਮਝੋ, ਹੁਣ ਮੈਂ ਤੁਹਾਨੂੰ ਆਮ ਭਾਸ਼ਾ ਦੇ ਵਿੱਚ ਦੱਸਦਾ। ਦੇਖੋ ਜੀ, ਆਮ ਭਾਸ਼ਾ ਦੇ ਵਿੱਚ ਸਮਝੋ, ਪਰਸੀਵ ਕਰਨਾ ਮਤਲਬ ਕਿ ਐਕਸਪ੍ਰੈਸ਼ਨ ਨਾਲ ਰਿਲੇਟਡ ਹੈ। ਨੰਬਰ 2 ਯੂਜ਼ ਕਰਨਾ, ਵਰਤਣਾ ਵੀ, ਇਮੋਸ਼ਨ ਨੂੰ ਵਰਤਣਾ ਵੀ ਹੈ ਅਤੇ ਐਕਸਪ੍ਰੈਸ ਵੀ ਕਰਨਾ, ਮਤਲਬ ਪਰਸੀਵਿੰਗ ਨਾਲ ਰਿਲੇਟਡ ਹੈ। ਅੰਡਰਸਟੈਂਡ ਵੀ ਕਰਨਾ, ਸਮਝਣਾ ਵੀ ਹੈ, ਮੈਨੇਜ ਵੀ ਕਰਨਾ। ਸਿੰਪਲ ਇਹ 4 ਗੱਲਾਂ ਨੇ। ਹੁਣ ਇਹ 4 ਗੱਲਾਂ ਇੰਪੋਰਟੈਂਟ ਕਿਉਂ ਨੇ, ਉਹ ਤਾਂ ਤੁਹਾਨੂੰ PS ਟੈਟ ਮਾਰਚ 2023 ਵਾਲੇ ਦੱਸਣਗੇ। ਇਹ ਕੀ ਕਹਿ ਰਹੇ ਨੇ, ਦੇਖੋ, ਵਿਚ ਆਫ ਫੋਲੋਇੰਗ ਇਜ਼ ਨਾਟ ਕਰੈਕਟਰਿਸਟਿਕ, ਕਿਹੜੀ ਕਰੈਕਟਰਿਸਟਿਕ ਨਹੀਂ ਹੈ, ਆਫ ਇਮੋਸ਼ਨਲ ਇੰਟੈਲੀਜੈਂਸ ਗਿਵਨ ਬਾਈ ਪੀਟਰ ਸਲੋਵੇ, ਨਾਲ ਮੇਅਰ ਵੀ ਤਾਂ ਇਹਨਾਂ ਨੇ ਲਿਖਣਾ ਸੀ, ਹੈ ਨਾ, ਆਪਾਂ ਗਲਤੀ ਕੱਢ ਗਏ ਨੇ ਇਹਨਾਂ ਦੀ, ਕਿਉਂਕਿ ਦੋਨਾਂ ਨੇ ਕੋਮਨਲੀ ਇਹ ਦਿੱਤੇ ਹੀ ਨਹੀਂ ਸਿਧਾਂਤ, ਹੈ ਨਾ। ਚਲੋ ਇਹਨਾਂ ਨੇ ਪੀਟਰ ਦਾ ਨਾਂ ਲਿਖਤਾ ਇਕੱਲੇ ਦਾ, ਕੋਈ ਦਿੱਕਤ ਨਹੀਂ। ਤਾਂ ਇਹਦੇ ਅਕੋਰਡਿੰਗ ਦੇਖੋ, ਆਪਾਂ ਨੇ ਪਰਸੀਵਿੰਗ ਪੜ੍ਹਿਆ ਸੀ, ਪਹਿਲੀ ਆਪਸ਼ਨ ਤਾਂ ਆਪਾਂ ਨੇ ਪੜ੍ਹੀ ਹੈ, ਠੀਕ ਹੈ। ਮੈਨੇਜ ਕਰਨਾ ਵੀ ਆਪਾਂ ਨੇ ਪੜ੍ਹੇ ਹੈ, 4th ਪੁਆਇੰਟ ਡਿਸਕਸ ਕੀਤਾ ਸੀ। ਯੂਜ਼ਿੰਗ ਇਮੋਸ਼ਨ ਵੀ ਪੜ੍ਹੇ ਹੈ। ਹੁਣ ਤੁਸੀਂ ਦੱਸੋ ਵੀ ਕਿਤੇ ਕੰਟਰੋਲਿੰਗ ਦੀ ਗੱਲ ਆਈ ਹੈ, ਜੋ ਆਪਾਂ ਨੇ ਉੱਪਰ ਕਰੈਕਟਰਿਸਟਿਕਸ ਪੜ੍ਹੀਆਂ ਨੇ, ਇਹ 'ਚ ਕੰਟਰੋਲ ਦੀ ਗੱਲ ਆਈ ਹੈ। ਹੁਣ ਤੁਸੀਂ ਕਹੋਗੇ ਜੀ ਮੈਨੇਜ ਕਰਨਾ ਹੈ ਨਾ, ਵੀ ਕੰਟਰੋਲ ਕਰਨਾ ਇੱਕੋ ਹੋ ਸਕਦਾ ਹੈ, ਪਰ ਮੈਂ ਕਹਾਂਗੀ ਵੀ ਇਹਦੇ ਵਿਚਕਾਰ ਥੋੜ੍ਹੇ ਜਿਹੇ ਅੰਤਰ ਨੂੰ ਆਪਾਂ ਸਮਝ ਹੀ ਲਈਏ, ਠੀਕ ਹੈ। ਇੱਥੇ ਕੰਟਰੋਲ ਕਰਨ ਦੀ ਗੱਲ ਨਹੀਂ ਕਿਤੇ ਆਈ। ਤਾਂ ਇਹਨਾਂ ਨੇ ਕੰਟਰੋਲ ਕਰਨਾ ਕਾਹਦੇ 'ਚ ਕੱਢਾਂਗੇ ਆਪਾਂ, ਨਹੀਂ, ਇਹਨਾਂ ਨੇ ਕੀ ਪੁੱਛਿਆ ਸੀ ਵੀ ਕਰੈਕਟਰਿਸਟਿਕ ਨਹੀਂ ਹੈ। ਤਾਂ ਇਸ ਤਰ੍ਹਾਂ ਆਪਣਾ ਡੀ ਆਪਸ਼ਨ ਜਿਹੜਾ ਇਹ ਰਾਈਟ ਆਨਸਰ ਹੋ ਜਾਣਾ ਸੀ। ਇਹਨਾਂ ਨੇ ਨੋਟ ਪੁੱਛਿਆ ਸੀ, ਠੀਕ ਹੈ ਜੀ। ਹੁਣ ਧਿਆਨ ਨਾਲ ਸਮਝੋ, ਕੰਟਰੋਲ ਦਾ ਮਤਲਬ ਪਤਾ ਕੀ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਫੋਰ ਐਗਜ਼ਾਮਪਲ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਦੇ ਰਿਲੇਟਿਵ ਰੋਂਦੇ ਨੇ। ਹੁਣ ਰੋਣ ਨਾਲ ਜਿਹੜੇ ਦੀ ਡੈਥ ਹੋਈ ਉਹ ਵਾਪਸ ਥੋੜ੍ਹੀ ਆ ਜਾਂਦਾ ਹੈ,
ਉਹ ਜਸਟ ਕੀ ਹੈ ਵੀ ਜਿਹੜੀਆਂ ਉਸਦੇ ਅੰਦਰ ਫੀਲਿੰਗਸ ਸੀ ਉਹ ਉਹਨਾਂ ਨੂੰ ਬਾਹਰ ਕੱਢ ਰਹੇ ਨੇ, ਮੈਨੇਜ ਕਰ ਰਹੇ ਨੇ। ਤਾਂ ਰੋਣਾ ਕੀ ਹੈ ਜੀ ਉੱਥੇ ਮੈਨੇਜ ਕਰਨਾ ਹੈ, ਮਤਲਬ ਕਿ ਉਹ ਮੈਨੇਜ ਕਰ ਰਹੇ ਨੇ ਵੀ ਉਹਨਾਂ ਨੂੰ ਦੁੱਖ ਸੀ, ਉਹ ਦੁੱਖ ਨੂੰ ਬਾਹਰ ਕੱਢ ਰਹੇ ਨੇ, ਹੈ ਨਾ। ਪਰ ਹੋ ਸਕਦਾ ਵੀ ਉਹ ਉਹਨਾਂ ਨੂੰ ਕੰਟਰੋਲ ਕਰਨ ਵੀ ਉਸ ਸਮੇਂ ਰੋਣਾ ਨਾ ਆਵੇ, ਤਾਂ ਉਹ ਚੀਜ਼ ਉਹਨਾਂ ਨੂੰ ਮਤਲਬ ਹੋ ਸਕਦਾ ਅੰਦਰੋਂ ਕੋਈ ਬਿਮਾਰੀਆਂ ਹੀ ਲਗਾ ਦੇ, ਅੰਦਰ ਹੀ ਉਹਨਾਂ ਨੂੰ ਮੈਂਟਲੀ ਉਹ ਅਪਸੈਟ ਹੋ ਜਾਣ ਕਿ ਤਾਂ ਕਈ ਮਹੀਨੇ ਉੱਠਣੇ ਨਾ। ਤਾਂ ਇੱਦਾਂ ਕਹਿਣ ਦਾ ਭਾਵ ਕਿ ਵੀ ਉਹਨਾਂ ਨੂੰ ਕੰਟਰੋਲ ਨਹੀਂ ਉਹ ਕਰਦੇ, ਕਾਬੂ ਨਹੀਂ ਕਰਦੇ, ਉਹਨਾਂ ਨੂੰ ਦੱਬਦੇ ਨਹੀਂ। ਇੱਥੇ ਕੰਟਰੋਲ ਦਾ ਮਤਲਬ ਮੈਂ ਇਹ ਮੰਨ ਕੇ ਚੱਲਦਾ ਵੀ ਦੱਬਣਾ, ਇਮੋਸ਼ਨਸ ਨੂੰ ਦਬਾਉਣਾ ਨਹੀਂ ਹੈਗਾ। ਸ਼ੁਰੂ ਦੇ ਵਿੱਚ ਆਪਾਂ ਨੇ ਕੀ ਸਮਝਿਆ ਸੀ, ਇਮੋਸ਼ਨਸ ਨੂੰ ਮੈਨੇਜ ਕਰਨਾ ਹੈ। ਮੈਨੇਜ ਦਾ ਮਤਲਬ ਇਹਨੂੰ ਡਾਇਰੈਕਸ਼ਨ ਦੇਣੀ ਹੈ ਆਪਾਂ ਨੇ, ਉਰਾਂ ਪਰਾਂ ਕਿਧਰੇ ਵੀ ਡਾਇਰੈਕਸ਼ਨ ਦੇ ਦਿਓ। ਫੋਰ ਐਗਜ਼ਾਮਪਲ ਤੁਹਾਡਾ ਨੂੰ ਗੁੱਸਾ ਆ ਗਿਆ, ਠੀਕ ਹੈ, ਗੁੱਸਾ ਆ ਗਿਆ ਤਾਂ ਉਹ ਗੁੱਸੇ ਦੇ ਵਿੱਚ ਭੱਜ ਲਓ, ਮਤਲਬ ਤੁਸੀਂ ਕਿਲੋਮੀਟਰ ਭੱਜ ਲਓ, ਗੁੱਸਾ ਸ਼ਾਂਤ ਹੋ ਗਿਆ, ਤੁਹਾਡੀ ਜੋਸ਼ ਸੀ ਜੀ, ਉਹਨੂੰ ਡਾਇਰੈਕਸ਼ਨ ਦੇ ਦਿਓ। ਹੁਣ ਭੱਜਣ ਨਾਲ ਕਿਸੇ ਦਾ ਕੀ ਨੁਕਸਾਨ ਹੈ, ਹੋ ਸਕਦਾ ਤੁਸੀਂ ਉਹ ਗੁੱਸੇ ਦੇ ਨੁਕਸਾਨ ਦੇ ਵਿੱਚ ਕਿਸੇ ਦਾ ਨੁਕਸਾਨ ਕਰ ਦਿੰਦੇ ਜਾਂ ਆਪਦਾ ਨੁਕਸਾਨ ਕਰ ਲੈਂਦੇ। ਇੱਕ ਹੋਰ ਕੀ ਹੋ ਜਾਂਦਾ, ਇਹਦੇ 'ਤੇ ਆਪਾਂ ਗੱਲ ਕਰਾਂਗੇ ਅੱਗੇ, ਇਹਦੇ 'ਤੇ ਗੱਲ ਕਰਦੇ ਆਪਾਂ ਵੀ ਇਹਨੂੰ ਮੈਨੇਜ ਕਿਵੇਂ ਕਰਨਾ। ਚਲੋ ਇਹਦਾ ਰਾਈਟ ਆਨਸਰ ਹੋ ਗਿਆ ਜੀ ਆਪਣੇ ਕੋਲ ਡੀ ਆਪਸ਼ਨ, ਇਹ ਤਾਂ ਸਮਝ ਗਏ, ਠੀਕ ਹੈ। ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਮੈਨੇਜ 'ਤੇ ਗੱਲ ਕਰਦੇ ਹਾਂ, ਕਈ ਵਾਰ ਇੱਥੇ ਤੋਂ ਵੀ ਕੁਐਸਚਨ ਬਣ ਜਾਂਦਾ ਹੈ। ਮੈਨੇਜ ਕਰਨ ਦੇ ਲਈ ਨੰਬਰ 1 ਪੁਆਇੰਟ ਇਹ ਸਮਝੋ ਕਿ ਪਾਊਸ ਦੇਣਾ, ਠੀਕ ਹੈ ਜੀ, ਇਹ ਕਿਸ ਦਾ ਪੁਆਇੰਟ ਹੋ ਸਕਦਾ ਹੈ, ਪਾਊਸ ਦੇਣਾ। ਕਹਿਣ ਦਾ ਭਾਵ ਤੁਹਾਨੂੰ ਗੁੱਸਾ ਆ ਗਿਆ, ਗੁੱਸੇ ਇਮੋਸ਼ਨ ਦੀ ਐਗਜ਼ਾਮਪਲ ਦੇ ਰਿਹਾ ਮੈਂ, ਤੁਹਾਨੂੰ ਹੋਰ ਵੀ ਕੋਈ ਇਮੋਸ਼ਨ ਹੋ ਸਕਦਾ, ਗੁੱਸਾ ਆ ਗਿਆ, ਉਹ ਗੁੱਸੇ ਦੇ 'ਚ ਰੁਕ ਜਾਓ, ਸਹੀ 1 ਮਿੰਟ ਦੇ ਲਈ ਪਾਊਸ ਦੇ ਦਿਓ ਆਪਣੇ ਆਪ ਨੂੰ, ਕੁਛ ਬੋਲੋ ਨਾ, ਕੁਛ ਕਰੋ ਨਾ, ਬਸ ਪਾਊਸ, ਜਸਟ ਰੋਕੋ। ਤਾਂ ਕੀ ਹੋ ਗਿਆ, ਤੁਹਾਡਾ ਇਮੋਸ਼ਨ ਡਾਊਨ ਹੋਊਗਾ, ਹੋ ਸਕਦਾ 1 ਮਿੰਟ ਬਾਅਦ ਤੁਹਾਡਾ ਗੁੱਸਾ ਕੀ ਹੋ ਜੀ, ਸ਼ਾਂਤੀ ਹੋ ਜੀ। ਸਮਝ ਰਹੇ ਹੋ। ਇਸੇ ਤਰ੍ਹਾਂ ਕੋਈ ਲਵ ਹੈ, ਪਿਆਰ ਹੈ, ਕੋਈ ਵੀ ਚੀਜ਼ ਹੈ, ਮਤਲਬ ਉਹਦੇ ਵਿੱਚ ਤੁਸੀਂ ਪਾਊਸ ਦੇ ਦਿਓ ਤਾਂ ਹੋ ਸਕਦਾ ਤੁਹਾਨੂੰ ਉਸ ਤੋਂ ਬਾਅਦ ਰਿਐਲਿਟੀ ਪਤਾ ਲੱਗ ਜਾਏ ਸਿਰਫ 1 ਮਿੰਟ ਦੇ ਵਿੱਚ ਹੀ। ਪਾਊਸ ਦੇਣਾ ਹੋ ਸਕਦਾ। ਇਸ ਤੋਂ ਬਿਨਾਂ ਡਾਇਰੈਕਸ਼ਨ ਦੀ ਗੱਲ ਕਰ ਲਈ, ਠੀਕ ਹੈ, ਡਾਇਰੈਕਸ਼ਨ ਦੇਣੀ, ਠੀਕ ਹੈ ਜੀ। ਇਸ ਤੋਂ ਬਿਨਾਂ ਡਾਇਰੈਕਸ਼ਨ ਦੀ ਗੱਲ ਕਰੀ ਲਈ ਆਪਾਂ ਨੇ ਵੀ ਹੋ ਸਕਦਾ ਤੁਹਾਨੂੰ ਗੁੱਸਾ ਸੀ, ਉਹ ਗੁੱਸੇ ਦੇ ਵਿੱਚ ਤੁਸੀਂ ਉਹ ਕੰਮ ਕਰ ਦਿਓ ਜਿਹੜਾ ਕੰਮ ਤੁਹਾਡੇ ਤੋਂ ਆਮ ਅਵਸਥਾ 'ਚ ਹੁੰਦਾ ਨਹੀਂ ਸੀ। ਮੰਨ ਕੇ ਚੱਲੋ ਕੋਈ ਜ਼ੋਰ ਭਰ ਦਾ ਕੰਮ ਸੀ, ਕੋਈ ਅਜਿਹਾ ਕੰਮ ਸੀ, ਤੁਹਾਨੂੰ ਗੁੱਸਾ ਤਾਂ ਆਉਣਾ ਹੀ ਸੀ, ਉਹ ਕਹਿੰਦੇ ਮੈਂ ਗੁੱਸਾ ਆ ਗਿਆ ਮੈਨੂੰ, ਫਿਰ ਮੈਂ ਕਰਕੇ ਹਟੂੰਗਾ ਕੰਮ, ਤਾਂ ਉਹ ਕੰਮ ਕਰ ਦਿਓ, ਡਾਇਰੈਕਸ਼ਨ ਦੇ ਦਿਓ ਇਹਨੂੰ, ਠੀਕ ਹੈ। ਇਸ ਤੋਂ ਬਿਨਾਂ ਇੱਕ ਕੀ ਹੈ, ਅੰਡਰਸਟੈਂਡਿੰਗ ਦੀ ਗੱਲ ਕਰੋ, ਠੀਕ ਹੈ, ਅੰਡਰਸਟੈਂਡਿੰਗ, ਤਾਂ ਅੰਡਰਸਟੈਂਡ ਕਰਨਾ ਆਪਣੀ ਇਮੋਸ਼ਨ ਨੂੰ। ਇਸ ਤੋਂ ਬਿਨਾਂ ਇੱਕ ਤੁਸੀਂ ਇਹਦੇ ਨਾਲ ਹੋਰ ਜੋੜੋ ਇੱਥੇ ਕਿ ਤੁਸੀਂ ਕੀ ਕਰਨਾ, ਇਸ ਦੇ ਪੁਆਇੰਟਸ ਨੂੰ ਮਤਲਬ ਕੀ ਕਰਨਾ, ਇੱਕ ਇਹਦਾ ਪੋਜ਼ੀਟਿਵ ਪੁਆਇੰਟ ਅਤੇ ਨੈਗੇਟਿਵ ਪੁਆਇੰਟ ਦੋਨੇ ਕੱਢ ਲਓ। ਜਦੋਂ ਤੁਹਾਨੂੰ ਕੋਈ ਇਮੋਸ਼ਨ ਤੁਹਾਡੇ 'ਤੇ ਹੈਵੀ ਹੋ ਗਿਆ, ਤੁਸੀਂ ਇਹਦੇ ਪੋਜ਼ੀਟਿਵ ਅਤੇ ਨੈਗੇਟਿਵ ਦੋਨੇ ਪੁਆਇੰਟ ਕੱਢ ਲਓ। ਤਾਂ ਮਤਲਬ ਕੰਪੇਅਰ ਕਰੋ ਇਹਨੂੰ, ਇੱਥੇ ਕੀ ਕਹਿ ਸਕਦੇ ਵੀ ਕੰਪੇਅਰ ਕਰੋ, ਤਾਂ ਇਸ ਤਰੀਕੇ ਨਾਲ ਵੀ ਇਹਨੂੰ ਮੈਨੇਜ ਕੀਤਾ ਜਾ ਸਕਦਾ ਹੈ। ਤਾਂ ਇਹ ਕੁਝ ਮੈਥਡ ਨੇ ਜਿਹਦੇ ਬੇਸ 'ਤੇ ਆਪਾਂ ਬੱਚੇ ਨੂੰ ਕੀ ਕਰਨਾ ਹੈ, ਉਹਨਾਂ ਦੇ ਇਮੋਸ਼ਨਲ ਨੂੰ ਕੰਟਰੋਲ ਕਰਨਾ ਸਿਖਾਉਣਾ ਹੈ। ਤਾਂ ਇਹ ਤਾਂ ਹੋ ਗਈ ਗੱਲਬਾਤ ਬਹੁਤ, ਅਤੇ ਹੁਣ ਆਪਾਂ ਇੱਕ ਹੋਰ ਇੰਪੋਰਟੈਂਟ ਚੀਜ਼ 'ਤੇ ਚੱਲਦੇ ਹਾਂ, ਜੋ ਹੈ ਜੀ ਗੋਲਮੈਨ। ਤਾਂ ਗੋਲਮੈਨ ਕੀ ਹੈ, ਇਮੋਸ਼ਨਲ ਇੰਟੈਲੀਜੈਂਸੀ ਬਾਈ ਡੈਨੀਅਲ ਗੋਲਮੈਨ। ਤਾਂ ਜੋ ਗੋਲਮੈਨ ਸੀ ਇਹ ਗੱਲ ਕਰਦਾ ਸੀ ਇਮੋਸ਼ਨਲ ਇੰਟੈਲੀਜੈਂਸੀ ਦੀ ਬੁੱਕ ਵੀ ਲਿਖੀ ਇਹਨੇ, ਠੀਕ ਹੈ। ਅਤੇ ਇਸ ਨੇ ਕੀ ਕੀਤਾ, 5 ਕੰਪੋਨੈਂਟ ਦਿੱਤੇ ਨੇ, ਮਤਲਬ ਕਿ ਜਿਹੜਾ ਇਸ ਦਾ ਮਾਡਲ ਸੀ ਇੰਟੈਲੀਜੈਂਸ, ਇਮੋਸ਼ਨਲ ਇੰਟੈਲੀਜੈਂਸ ਦਾ ਮਾਡਲ ਸੀ, ਉਸ ਦੇ ਵਿੱਚ ਇਹ 5 ਕੰਪੋਨੈਂਟਸ ਦੀ ਗੱਲ ਕਰਦਾ ਹੈ। 5 ਕੰਪੋਨੈਂਟਸ ਕਿਹੜੇ ਕਿਹੜੇ ਨੇ, ਸੈਲਫ ਅਵੇਅਰਨੈਸ, ਅਤੇ ਇਸ ਤੋਂ ਬਾਅਦ ਅਗਲਾ ਜੀ ਸੈਲਫ ਰੈਗੂਲੇਸ਼ਨ, ਅਤੇ ਮੋਟੀਵੇਸ਼ਨ, ਇੰਪੈਥੀ, ਸੋਸ਼ਲ ਸਕਿੱਲਸ। ਤਾਂ ਸਿੰਪਲ ਜਿਹਾ ਸਮਝ ਲੈਂਦੇ ਹਾਂ। ਸੈਲਫ ਅਵੇਅਰਨੈਸ ਕੀ ਹੈ, ਆਪਣੇ ਚੰਗੇ ਮਾੜੇ ਪੁਆਇੰਟਾਂ ਨੂੰ ਸਮਝਣਾ, ਖੁਦ ਬਾਰੇ ਅਵੇਅਰ ਹੋਣਾ। ਸੈਲਫ ਰੈਗੂਲੇਸ਼ਨ, ਖੁਦ ਨੂੰ ਮਤਲਬ ਰੈਗੂਲੇਟ ਕਰਨਾ ਵੀ ਮੈਂ ਇਹ ਕੰਮ ਕਰਨਾ ਹੈ, ਇਹ ਨਹੀਂ ਕਰਨਾ, ਇਹ ਮੇਰਾ ਰੂਲ ਹੈ, ਇਹ ਮੈਂ ਕਰਾਂਗਾ ਨੁਕਸਾਨ ਹੋ ਜਾਊਗਾ, ਮਤਲਬ ਆਪਣੇ ਆਪ ਨੂੰ ਕੀ ਕਰੋ, ਰੂਲ ਦੇ ਵਿੱਚ ਰੱਖੋ, ਰੈਗੂਲੇਟ ਕਰੋ। ਨੈਕਸਟ ਹੈ ਮੋਟੀਵੇਸ਼ਨ, ਅੰਦਰੂਨੀ ਮੋਟੀਵੇਸ਼ਨ ਹੋਏਗਾ ਤਾਂ ਆਪਾਂ ਅਚੀਵ ਕਰ ਸਕਾਂਗੇ, ਆਪਣੇ ਇਮੋਸ਼ਨਲ ਨੂੰ ਕੀ ਕਰ ਸਕਾਂਗੇ, ਕੰਟਰੋਲ ਕਰ ਸਕਾਂਗੇ। ਨੈਕਸਟ ਹੈ ਜੀ ਇੰਪੈਥੀ, ਠੀਕ ਹੈ, ਮਤਲਬ ਕਿ ਕਹਿ ਸਕਦੇ ਹਾਂ ਆਪਾਂ, ਮਤਲਬ ਭਾਵਨਾ ਇਹ ਹੈ ਨਾ, ਭਾਵਨਾ ਵੀ ਜਿਹਦੇ ਬੇਸ 'ਤੇ ਆਪਾਂ ਨੂੰ ਕੁਛ ਕਹਿ ਸਕਦੇ ਹਾਂ ਫੀਲ ਹੋਵੇ, ਫੀਲ ਹੋਣਾ ਹੈ ਨਾ, ਵੀ ਕੋਈ ਚੀਜ਼ ਚੰਗਾ ਸੀ, ਉਹ ਚੰਗੇ ਦੇ ਬੇਸ 'ਤੇ ਆਪਾਂ ਨੂੰ ਇਮੋਸ਼ਨ ਚੰਗੇ ਆਏ, ਕੋਈ ਚੀਜ਼ ਮਾੜੀ ਸੀ ਉਸ ਦੇ ਬੇਸ 'ਤੇ ਕੋਈ ਮਾੜਾ ਇਮੋਸ਼ਨ ਆਇਆ ਆਪਣੇ ਅੰਦਰ, ਉਹ ਇੰਪੈਥੀ ਹੋ ਗਈ। ਸੋਸ਼ਲ ਸਕਿੱਲਸ ਹੋ ਗਈਆਂ, ਆਪਣੇ ਸਮਾਜ ਨਾਲ ਰਿਲੇਟਡ ਜੋ ਸਕਿੱਲਸ ਨਹੀਂ ਹੈ ਨਾ, ਉਹਨਾਂ ਦੇ ਬੇਸ 'ਤੇ ਆਪਾਂ ਇਮੋਸ਼ਨਲ ਇੰਟੈਲੀਜੈਂਸੀ ਨਾਲ ਰਿਲੇਟਡ ਕਹਿ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ, ਹੈ ਨਾ। ਤਾਂ ਇਹ ਚੀਜ਼ਾਂ ਹੋ ਗਈਆਂ। ਇਹਦੇ ਵਿੱਚ ਉਹ ਆ ਗਿਆ ਵੀ ਕਈ ਵਾਰ ਆਪਾਂ ਮਾੜੇ ਸਮਾਜ ਦੇ ਵਿੱਚ ਰਹਿੰਦੇ ਹਾਂ, ਹੋ ਸਕਦਾ ਆਪਣਾ ਇਮੋਸ਼ਨ ਮਾੜੇ ਹੋਣ, ਵੀ ਉਹ ਚੀਜ਼ ਨੂੰ ਦੇਖ ਕੇ ਆਪਣੇ ਇਮੋਸ਼ਨ ਮਾੜੇ ਜੁੜੇ ਹੋਏ ਹੋਣ ਉਹ ਚੀਜ਼ ਨਾਲ, ਹੈ ਨਾ। ਤਾਂ ਇੱਦਾਂ ਹੋ ਸਕਦਾ। ਨੈਕਸਟ ਇੱਕ ਗੱਲ ਹੋਰ, ਇਹ ਤਾਂ ਦੇਖੋ 5 ਸਟੈਪ ਇਹਨੇ ਦਿੱਤੇ ਸੀ। ਇਸ ਤੋਂ ਬਿਨਾਂ ਇਹ 5 ਕੰਪੋਨੈਂਟਸ ਨੂੰ ਕੀ ਕਰਤਾ, ਅੱਗੇ ਇਸ ਦੇ ਕੁਆਡਰੈਂਟਸ ਬਣਾ ਦਿੱਤੇ ਗਏ, ਠੀਕ ਹੈ। ਕਲਸਟਰ ਇਹਦੇ ਉੱਤੇ ਕੁਐਸਚਨ ਬਣਿਆ ਸੀ, ਦੀਜ਼ ਬ੍ਰੋਕਨ ਡਾਊਨ ਇਨਟੂ 4 ਕੁਆਡਰੈਂਟਸ, ਮਤਲਬ ਕੁਆਡਰੈਂਟਸ ਦਾ ਮੀਨਿੰਗ ਇਹ ਕਹਿ ਸਕਦੇ ਆਪਾਂ, ਹੈ ਨਾ, ਵੀ ਇੱਥੇ ਮੰਨੀ ਚਲੋ ਸੈਲਫ ਅਵੇਅਰਨੈਸ ਨੂੰ ਰੱਖ ਲਓ, ਇੱਥੇ ਸੋਸ਼ਲ ਅਵੇਅਰਨੈਸ ਨੂੰ ਰੱਖ ਲਓ, ਇੱਥੇ ਸੈਲਫ ਮੈਨੇਜਮੈਂਟ ਨੂੰ ਰੱਖ ਲਓ, ਇੱਥੇ ਰਿਲੇਸ਼ਨਸ਼ਿਪ ਨੂੰ ਰੱਖ ਲਓ, ਇੱਦਾਂ,
है ना। ਤਾਂ ਉਹ ਚੀਜ਼ ਆਪਾਂ ਇੰਨਾ ਡੀਪਲੀ ਨਹੀਂ ਜਾਂਦੇ, ਆਪਾਂ ਜਸਟ ਇਹਨਾਂ ਨੂੰ ਅੱਗੇ ਡਿਸਕਸ ਕਰ ਲਾਂਗੇ। ਇੱਕ ਵਾਰ ਇਹਨਾਂ ਦੇ ਨਾਮ ਦੇਖ ਲਓ। ਨੰਬਰ 1 ਸੈਲਫ ਅਵੇਅਰਨੈਸ ਦੀ ਗੱਲ ਕਰਦਾ ਹੈ। ਨੰਬਰ 2 ਸੋਸ਼ਲ ਅਵੇਅਰਨੈਸ। ਨੰਬਰ 3 ਸੈਲਫ ਮੈਨੇਜਮੈਂਟ। ਨੰਬਰ 4 ਰਿਲੇਸ਼ਨਸ਼ਿਪ ਮੈਨੇਜਮੈਂਟ। ਇਹਦੇ 'ਚ ਇੱਕ ਖਾਸੀਅਤ ਹੋਰ ਬਣ ਜਾਂਦੀ ਹੈ, 2 ਤਾਂ ਇਹਨੇ ਸੈਲਫ ਨਾਲ ਰਿਲੇਟਡ ਦੱਸੇ ਨੇ, ਸੈਲਫ ਅਵੇਅਰਨੈਸ ਅਤੇ ਸੈਲਫ ਮੈਨੇਜਮੈਂਟ। 2 ਤਾਂ ਖੁਦ ਨਾਲ ਰਿਲੇਟਡ ਨੇ, ਅਤੇ ਇਸ ਤੋਂ ਬਿਨਾਂ ਜਿਹੜੇ 2 ਨੇ ਜੀ ਉਹ ਕਾਹਦੇ ਨਾਲ ਰਿਲੇਟਡ ਨੇ, ਸੋਸ਼ਲ ਅਵੇਅਰਨੈਸ ਮਤਲਬ ਸੁਸਾਇਟੀ ਬਾਰੇ ਅਵੇਅਰਨੈਸ ਹੈ ਨਾ, ਅਤੇ ਇਸ ਤੋਂ ਬਿਨਾਂ ਰਿਲੇਸ਼ਨਸ਼ਿਪ ਮੈਨੇਜਮੈਂਟ 'ਤੇ ਜੇ ਕਿਤੇ ਨਾ ਕਿਤੇ ਸਮਾਜ ਇਨਵੋਲਵ ਹੁੰਦਾ ਹੈ। ਠੀਕ ਹੈ, ਸੈਲਫ ਨਾਲ ਰਿਲੇਟਡ 2 ਨੇ, ਇਹਨੂੰ ਧਿਆਨ ਦੇ ਰੱਖਿਓ। ਤਾਂ ਇਸ ਤੋਂ ਬਾਅਦ ਆਪਾਂ ਪੁੱਛਦੇ ਹਾਂ ਵੀ ਪੀਐਸ ਟੈਟ ਮਾਰਚ 2023 ਵਾਲੇ ਕੀ ਕਹਿੰਦੇ ਨੇ। ਇਹ ਕਹਿੰਦੇ ਸਾਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਕਿਹੜਾ ਸਵਾਲ ਆਪਾਂ ਪੜ੍ਹਦੇ ਹਾਂ, ਵਿਚ ਆਫ ਫੋਲੋਇੰਗ ਰੀਪ੍ਰਜੈਂਟਡ 4 ਕਲਸਟਰਸ ਆਫ ਇਮੋਸ਼ਨਲ ਇੰਟੈਲੀਜੈਂਸ ਗਿਵਨ ਬਾਏ ਗੋਲਮੈਨ। ਤਾਂ ਗੋਲਮੈਨ ਨੇ ਜੋ 4 ਕਲਸਟਰਸ ਦਿੱਤੇ ਨੇ ਉਹ ਕਿਹੜੇ ਕਿਹੜੇ ਨੇ। ਦੇਖੋ ਨਾ ਕੋਈ ਇਹਦੀ ਡੈਫੀਨੇਸ਼ਨ ਪੁੱਛੀ, ਕੁਛ ਵੀ ਨਹੀਂ ਪੁੱਛਿਆ, ਡਾਇਰੈਕਟ ਇਹਨਾਂ ਦੇ ਨਾਮ ਪੁੱਛੇ ਨੇ। ਹੁਣ ਆਪਾਂ ਨਾਮ ਕਿਹੜੇ ਕਿਹੜੇ ਪੜ੍ਹੇ ਨੇ, ਸੈਲਫ ਵਾਲੇ ਆਪਾਂ ਨੇ 2 ਪੜ੍ਹੇ ਨੇ, ਸੈਲਫ ਅਵੇਅਰਨੈਸ, ਸੋਸ਼ਲ ਅਵੇਅਰਨੈਸ, ਸੈਲਫ ਮੈਨੇਜਮੈਂਟ, ਰਿਲੇਸ਼ਨਸ਼ਿਪ ਮੈਨੇਜਮੈਂਟ। ਪਹਿਲੀ ਆਪਸ਼ਨ ਇਹ ਹੈ। ਕਿਉਂ ਡੂੰਘਾਈ 'ਚ ਜਾਈਏ ਆਪਾਂ, ਪਹਿਲੀ ਆਪਸ਼ਨ ਸਾਡਾ ਰਾਈਟ ਆਨਸਰ ਬਣ ਗਿਆ ਜੀ। ਠੀਕ ਹੈ, ਬਾਕੀ ਆਪਸ਼ਨ ਨੂੰ ਤਾਂ ਕੱਟ ਦਿਓ। ਠੀਕ ਹੈ, ਤਾਂ ਹੁਣ ਫਸਟ ਆਪਸ਼ਨ ਦੇ ਵਿੱਚ ਉਹੀ 4 ਪੁਆਇੰਟ ਲਿਖੇ ਪਏ ਨੇ ਜਿਹੜੇ ਆਪਾਂ ਨੇ ਪੜ੍ਹੇ ਨੇ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਆਪਣੀ ਗੱਲਬਾਤ ਹੋ ਗਈ। ਠੀਕ ਹੈ, ਤਾਂ ਇਹਦੇ ਵਿੱਚੋਂ ਫਸਟ ਆਪਸ਼ਨ ਜਿਹੜਾ ਇਹ ਸਾਡਾ ਰਾਈਟ ਆਨਸਰ ਹੋਣਾ ਸੀ। ਪਰ ਆਪਾਂ ਇੰਨਾ ਸੌਖਾ ਨਹੀਂ ਤੁਹਾਨੂੰ ਛੱਡਦੇ। ਹੁਣ ਇਹਨਾਂ ਨੇ ਇੱਥੇ ਤੋਂ ਸਵਾਲ ਬਣਾਇਆ ਕਿ ਤਾਂ ਅਗਲੀ ਵਾਰ ਇਹਦੀ ਕੋਈ ਵਿੱਚੋਂ ਡੀਪਲੀ ਪੁੱਛ ਲੈਣ, ਤਾਂ ਆਪਾਂ ਇੰਨਾ ਸੌਖਾ ਤੁਹਾਨੂੰ ਛੱਡਦੇ ਨਹੀਂ, ਅੱਗੇ ਇਹਨਾਂ ਦੀ ਐਕਸਪਲੇਨੇਸ਼ਨ ਦੇਵਾਂਗੇ। ਠੀਕ ਹੈ, ਫਸਟ ਪੁਆਇੰਟ ਸਮਝਦੇ ਹਾਂ, ਸੈਲਫ ਅਵੇਅਰਨੈਸ ਕੀ ਹੈ, ਵੀਕਨੈਸ। ਠੀਕ ਹੈ, ਅਤੇ ਸਟਰੈਂਥਸ ਐਂਡ ਇਮੋਸ਼ਨਸ, ਇਹਨਾਂ ਸਾਰਿਆਂ ਬਾਰੇ ਜਾਣਨਾ ਕੀ ਹੈ ਜੀ, ਸੈਲਫ ਅਵੇਅਰਨੈਸ ਹੈ। ਮਤਲਬ ਆਪਣੀਆਂ ਕਮਜ਼ੋਰੀਆਂ ਕੀ ਨੇ, ਸ਼ਕਤੀਆਂ ਕੀ ਨੇ, ਭਾਵਨਾਵਾਂ ਕੀ ਨੇ, ਇਹਨਾਂ ਸਭ ਨੂੰ ਸਮਝਣਾ ਕੀ ਹੈ ਜੀ, ਸੈਲਫ ਅਵੇਅਰਨੈਸ ਹੈ। ਨੈਕਸਟ ਹੈ ਜੀ ਸੋਸ਼ਲ ਅਵੇਅਰਨੈਸ। ਸੋਸ਼ਲ ਅਵੇਅਰਨੈਸ ਮਤਲਬ ਕਿ ਅੰਡਰਸਟੈਂਡਿੰਗ ਵਾਟ ਅਦਰਸ ਆਰ ਸੇਇੰਗ ਐਂਡ ਫੀਲਿੰਗ, ਵਾਈ ਦੇ ਫੀਲ ਐਂਡ ਐਕਟ ਐਜ਼ ਦੇ ਡੂ। ਇਹ ਸਮਝਣਾ ਕਿ ਦੂਸਰੇ ਕੀ ਕਰ ਰਹੇ ਹਨ, ਕੀ ਮਹਿਸੂਸ ਕਰ ਰਹੇ ਨੇ ਅਤੇ ਕਿਉਂ ਮਹਿਸੂਸ ਕਰ ਰਹੇ ਨੇ। ਮਤਲਬ ਸਮਾਜ ਚੰਗਾ ਫੀਲ ਕਰ ਰਿਹਾ ਹੈ, ਚੰਗਾ ਫੀਲ ਕਿਉਂ ਕਰ ਰਿਹਾ ਹੈ ਨਾ। ਪਹਿਲਾਂ ਤਾਂ ਇਹ ਸਮਝ ਵੀ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਨੇ, ਚੰਗਾ ਜਾਂ ਮਾੜਾ, ਚੰਗਾ ਕਰ ਰਹੇ ਨੇ ਕਿਉਂ ਕਰ ਰਹੇ ਨੇ, ਮਾੜਾ ਕਰ ਰਹੇ ਨੇ ਕਿਉਂ ਕਰ ਰਹੇ ਨੇ। ਤਾਂ ਇਹ ਕੀ ਹੈ, ਸੋਸ਼ਲ ਅਵੇਅਰਨੈਸ ਹੈ, ਸੁਸਾਇਟੀ ਬਾਰੇ, ਸਮਾਜ ਬਾਰੇ ਜਾਣਨਾ। ਠੀਕ ਹੈ, ਨੈਕਸਟ ਹੈ ਜੀ ਸੈਲਫ ਮੈਨੇਜਮੈਂਟ। ਸੈਲਫ ਮੈਨੇਜਮੈਂਟ ਮੈਨੇਜਿੰਗ ਵਨਜ਼ ਮੋਟਿਵਸ, ਮਤਲਬ ਕਿ ਕੀ ਕਰਨਾ ਆਪਾਂ ਨੇ, ਜਿਹੜੇ ਆਪਣੇ ਪ੍ਰੋਜੋਜਨ ਨੇ, ਮੋਟਿਵਸ ਨੇ, ਉਹਨਾਂ ਨੂੰ ਮੈਨੇਜ ਕਰਨਾ। ਅਤੇ ਰੈਗੂਲੇਟ ਵਨਜ਼ ਬਿਹੇਵੀਅਰ, ਆਪਣੇ ਵਿਵਹਾਰ ਨੂੰ ਕੀ ਕਰਨਾ ਆਪਾਂ ਨੇ, ਨਿਯੰਤਰਿਤ ਕਰਨਾ, ਉਹਨੂੰ ਰੈਗੂਲੇਟ ਕਰਨਾ, ਨਿਯਮ ਬਣਾਉਣੇ ਨੇ, ਅਤੇ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਮੈਨੇਜ ਕਰਨਾ। ਠੀਕ ਹੈ, ਤਾਂ ਕਿਸੇ ਦੇ ਇਰਾਦਿਆਂ ਦਾ ਪ੍ਰਬੰਧਨ ਕਰਨਾ, ਕਿਸੇ ਦੇ ਵਿਵਹਾਰ ਨੂੰ ਨਿਰੰਤਰਿਤ ਕਰਨਾ। ਮਤਲਬ ਸੈਲਫ ਨਾਲ ਰਿਲੇਟਡ ਹੈ ਵੀ ਖੁਦ ਦੇ ਵਿਵਹਾਰ ਨੂੰ ਕਹਿ ਲਓ, ਮਤਲਬ ਕਿਸੇ ਸ਼ਬਦ ਦਾ ਬਣਦਾ ਇੱਥੇ ਟਰਾਂਸਲੇਸ਼ਨ 'ਚ ਆ ਗਿਆ। ਠੀਕ ਹੈ, ਤਾਂ ਮਤਲਬ ਕਿ ਖੁਦ ਦੇ ਵਿਵਹਾਰ ਨੂੰ ਨਿਯੰਤਰਿਤ ਕਰਨਾ ਅਤੇ ਉਹਨਾਂ ਇਰਾਦਿਆਂ ਦਾ ਪ੍ਰਬੰਧਨ ਕਰਨਾ। ਠੀਕ ਹੈ, ਤਾਂ ਇਹ ਸਭ ਕੀ ਹੋਗਾ ਜੀ, ਆਪਣਾ ਸੈਲਫ ਮੈਨੇਜਮੈਂਟ ਹੋ ਗਈ। ਨੈਕਸਟ ਕੀ ਹੈ ਜੀ, ਰਿਲੇਸ਼ਨਸ਼ਿਪ ਮੈਨੇਜਮੈਂਟ। ਕੰਪੈਸਿਟੀ ਫਾਰ ਐਕਟਿੰਗ ਇਨ ਸੱਚ ਅ ਵੇ ਦੈਟ ਵਨ ਇਜ਼ ਏਬਲ ਟੂ ਗੈਟ ਡਿਜ਼ਾਇਰਡ ਰਿਜ਼ਲਟ ਫਰੋਮ ਅਦਰਸ ਐਂਡ ਰੀਚ ਪਰਸਨਲ ਗੋਲਜ। ਅਜਿਹੇ ਤਰੀਕੇ ਨਾਲ ਕੰਮ ਕਰਨ ਦੀ ਸਮਰੱਥਾ ਜਿਸ ਨਾਲ ਵਿਅਕਤੀ ਦੂਜਿਆਂ ਤੋਂ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਅਤੇ ਨਿੱਜੀ ਟੀਚਿਆਂ ਤੱਕ ਪਹੁੰਚਣ ਦੇ ਯੋਗ ਹੋਵੇ। ਤਾਂ ਰਿਲੇਸ਼ਨਸ਼ਿਪ ਮੈਨੇਜਮੈਂਟ ਦੇ ਵਿੱਚ ਕੁੱਲ ਮਿਲਾ ਕੇ ਸਿੰਪਲ ਆਮ ਭਾਸ਼ਾ 'ਚ ਇਹ ਸਮਝੋ ਕਿ ਖੁਦ ਦੇ ਜਿਹੜੇ ਟੀਚੇ ਨੇ, ਜੋ ਟੀਚੇ ਉੱਥੋਂ ਤੱਕ ਪਹੁੰਚਣਾ, ਅਤੇ ਦੂਸਰੇ ਤੋਂ ਮਤਲਬ ਕੀ ਕਹਿਣਾ ਵੀ ਲੋੜੀਂਦੇ ਨਤੀਜੇ ਪ੍ਰਾਪਤ ਕਰਨਾ। ਜਿਵੇਂ ਉਹ ਕਹਿ ਨਹੀਂ ਕਰਦੇ, ਕਹਿੰਦੇ ਵੀ ਤੁਸੀਂ ਆਪਣੇ ਸੁਪਨਿਆਂ ਲਈ ਜੇ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ ਕਿਸੇ ਹੋਰ ਦੇ ਸੁਪਨਿਆਂ ਲਈ ਕੰਮ ਕਰਨਾ ਪਵੇਗਾ। ਵੈਸੇ ਮੈਨੂੰ ਇੱਕ ਲਾਈਨ ਦੀ ਯਾਦ ਆ ਗਈ, ਮਤਲਬ ਕਿ ਤੁਸੀਂ ਖੁਦ ਕੁਛ ਬਣਾ ਕੇ, ਵੱਡਾ ਬਣਾ ਕੇ ਜੇ ਆਪਣੇ ਸੁਪਨੇ ਪੂਰੇ ਨਹੀਂ ਕਰ ਰਹੋਗੇ ਤਾਂ ਤੁਸੀਂ ਨੌਕਰੀ ਕਰੋਗੇ। ਜੇ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਤੁਸੀਂ ਮਾਲਕ ਦੇ ਸੁਪਨੇ ਪੂਰੇ ਕਰ ਰਹੇ ਹੋ। ਮਾਲਕ ਜੋ ਕਰਨਾ ਚਾਹੁੰਦਾ ਸੀ, ਤੁਸੀਂ ਉਸ ਦੇ ਸੁਪਨੇ ਪੂਰੇ ਕਰਨ ਲਈ ਨੌਕਰੀ ਕਰ ਰਹੇ ਹੋ। ਜੇ ਤੁਸੀਂ ਖੁਦ ਇੱਕ ਬਿਜ਼ਨਸ ਚਲਾ ਕੇ ਆਪਦੇ ਸੁਪਨੇ ਨਹੀਂ ਪੂਰੇ ਕਰੋਗੇ ਤਾਂ ਤੁਸੀਂ ਕਿਸੇ ਹੋਰ ਦੇ ਸੁਪਨੇ ਪੂਰੇ ਕਰਨ ਲਈ ਤਿਆਰ ਰਹੇ ਹੋ। ਕਰਨੇ ਪੈਣਗੇ ਉਹ ਤਾਂ ਰੋਜੀ ਰੋਟੀ ਲਈ, ਆਪਣੀਆਂ ਆਮ ਲੋੜਾਂ ਦੇ ਲਈ ਕਰਨੇ ਪੈਣਗੇ। ਤਾਂ ਉਹੀ ਕਿਤੇ ਨਾ ਵਾਲਾ ਡੀਪ 'ਚ ਚਲੇਗਾ, ਛੱਡੋ ਪਰਾਂ। ਠੀਕ ਹੈ, ਮਤਲਬ ਕਿ ਅਜਿਹੇ ਤਰੀਕੇ ਜਾਂ ਕੰਮ ਕਰਨ ਦੀ ਇੱਕ ਸਮਰੱਥਾ ਹੈ ਵੀ ਦੂਜਿਆਂ ਤੋਂ ਆਪਾਂ ਨੇ ਲੋੜੀਂਦੇ ਨਤੀਜੇ ਨੇ ਜਿਹੜੇ ਉਹ ਪ੍ਰਾਪਤ ਕਰਨੇ ਨੇ,
ਤੇ ਟੀਚੇ ਨੇ ਜਿਹੜੇ ਉਹ ਆਪਣੇ ਨਿੱਜੀ ਟੀਚੇ ਉਹਨਾਂ ਤੱਕ ਪਹੁੰਚਣ ਦੀ ਯੋਗਤਾ। ਇਹ ਕੀ ਹੈ ਜੀ, ਰਿਲੇਸ਼ਨਸ਼ਿਪ ਮੈਨੇਜਮੈਂਟ ਹੈ। ਠੀਕ ਹੈ ਜੀ। ਲਾਸਟ ਵਿੱਚ ਆਪਣਾ ਟੌਪਿਕ ਹੋ ਗਿਆ ਜੀ ਕੰਪਲੀਟ। ਲਾਸਟ ਵਿੱਚ ਉਹੀ ਬੇਨਤੀ ਜੋ ਆਪਾਂ ਹਰ ਵਾਰ ਕਰਦੇ ਹੁੰਦੇ ਹਾਂ, YouTube ਦੇ ਉੱਤੇ ਸੁੱਖ ਨਾਲ ਤੁਸੀਂ ਰੰਗ ਲਾ ਰੱਖੇ ਨੇ। ਇਸ ਤੋਂ ਬਿਨਾਂ ਟੈਲੀਗ੍ਰਾਮ ਦੇ ਉੱਤੇ ਆਪਣਾ ਕੋਈ ਇਹ PDF ਸ਼ੇਅਰ ਕਰ ਦਾਂਗੇ ਕਿਉਂਕਿ ਅੱਜ ਟੌਪਿਕ ਕੰਪਲੀਟ ਹੀ ਹੈ ਆਪਣਾ। ਠੀਕ ਹੈ। ਅਤੇ ਇਸ ਤੋਂ ਬਿਨਾਂ ਇੰਸਟਾ ਦੇ ਉੱਤੇ ਕੁਝ ਅਪਡੇਟਸ ਇੰਸਟਾ ਦੇ ਉੱਤੇ ਅਸੀਂ ਪਾਉਂਦੇ ਰਹਿੰਦੇ ਹਾਂ। ਇਸ ਤੋਂ ਬਿਨਾਂ ਟੈਲੀਗ੍ਰਾਮ ਦੇ ਉੱਤੇ ਮਟੀਰੀਅਲ ਮਿਲਦਾ ਹੈ। YouTube ਦੇ ਉੱਤੇ ਤੁਸੀਂ ਪਿਆਰ ਦੇ ਹੀ ਰਹੇ ਹੋ, ਤਾਂ ਬਾਕੀ ਥਾਵਾਂ 'ਤੇ ਵੀ ਆਪਣਾ ਪਿਆਰ ਦਿਖਾਓ। ਇਸ ਦੇ ਵਿੱਚੋਂ ਕੋਈ ਹੋਰ ਪ੍ਰੋਬਲਮ ਲੱਗੀ, ਠੀਕ ਹੈ, ਕੋਈ ਮਤਲਬ ਹੋ ਸਕਦਾ ਵੀ ਇੱਕ ਅੱਧਾ ਕੋਈ ਪੁਆਇੰਟ ਰਹਿ ਗਿਆ ਹੋਵੇ, ਮੈਨੂੰ ਯਾਦ ਕਰਾ ਦਿਓ, ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਵੀ ਸਰ ਇਮੋਸ਼ਨਲ ਇੰਟੈਲੀਜੈਂਸ ਦਾ ਕੋਈ ਟੌਪਿਕ ਰਹਿੰਦਾ ਤਾਂ ਆਪਾਂ ਉਹ ਵੀ ਕਵਰ ਕਰ ਲਾਂਗੇ। ਇਸ ਤੋਂ ਬਿਨਾਂ ਨੈਕਸਟ ਟੌਪਿਕ ਕੀ ਹੋਣਾ ਚਾਹੀਦਾ ਇਹ ਵੀ ਮੈਨੂੰ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਵੱਧ ਰਿਸਪੌਂਸ ਜਿਸ ਟੌਪਿਕ ਦੇ ਉੱਤੇ ਆਇਆ ਉਹੀ ਟੌਪਿਕ ਨੂੰ ਆਪਾਂ ਕੀ ਕਰਾਂਗੇ, ਨੈਕਸਟ ਪਿਕਅਪ ਕਰਾਂਗੇ। ਥੈਂਕ ਯੂ ਸੋ ਮਚ।